ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੇਸ਼ੁਮਾਰ ਅਥਾਹ ਅਗਾਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲਰੈ। ਹੱਥ ਤਾ ਪਰ ਸਕਿਆਥ, ਹੱਥ ਲੱਗਹਿ ਗੁਰ ਅਮਰ ਪੈ। ਜਿਹੀ ਤਾ ਪਰ ਸਕਿਆਥ, ਜਿਹੀ ਗੁਰ ਅਮਰ ਭਣੀਜੈ। ਨੈਣ ਤਾ ਪਰ ਸਕਿਆਥ, ਨੈਣ ਗੁਰ ਅਮਰ ਭਖਿਜੈ। ਸ਼ਰਵਣ ਤਾ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਣੀਜੈ। ਸਕਿਆਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ, ਜੇ ਸਿਰ ਨਿਵੈ ਗੁਰ ਅਮਰ ਨਿਤ। ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਪਾਠ ਬਾਣੀ 17 ਪਾਠ ਹੋਏ ਹਨ। 18ਵਾਂ ਰੱਡ ਭਗਤ ਪਾਠ ਹੋਇਆ ਹੈ। ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਗੁਰਦੇਵ ਉਹਨਾਂ ਦੀ ਹਾਜ਼ੂਰੀ ਵਿੱਚ ਸਾਰੇ ਸਤਿਗੁਰੂ ਸਾਹਿਬਾਨ ਦੀ ਮਹਿਮਾ ਵਡਿਆਈ ਉਚਾਰਨ ਕੀਤੀ। ਉਹਨਾਂ ਸਵਈਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਵਈਏ ਮਹਾਲੇ ਤੀਜੇ ਕੇ। ਤੀਜੇ ਪਾਤਸ਼ਾਹ ਭੱਲਿਆਂ ਦੀ ਬੰਸ ਦੇ ਅਵਤੰਸ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਉਚਾਰਨ ਹੋ ਰਹੀ ਹੈ। ਪਹਿਲਾਂ 9 ਸਵਈਏ ਕੱਲ੍ਹ ਭੱਟ ਜੀ ਦੇ ਆਏ ਹਨ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਰਮੇਸ਼ਰ ਰੂਪ ਜਾਣ ਕੇ ਸਤਿਗੁਰੂ ਦੀ ਮਹਿਮਾ ਉਚਾਰਨ ਕੀਤੀ। ਹੁਣ ਅੱਗੇ 5 ਸਵਈਏ ਜਾਲਪ ਭੱਟ ਜੀ ਦੇ ਆਰੰਭ ਹੋ ਰਹੇ ਹਨ। ਉਹਨਾਂ ਨੇ ਵੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਉਸਤਤ ਉਚਾਰਨ ਕੀਤੀ ਹੈ। ਸਾਡੇ ਸਰੀਰ ਦੇ ਅੰਗ ਨੇ, ਇੰਦਰੀਏ ਨੇ, ਇਹਨਾਂ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਬਹੁਤ ਸੋਹਣੇ ਢੰਗ ਦੇ ਨਾਲ ਉਚਾਰਨ ਕੀਤਾ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਰਨ ਤਾ ਪਰਸ ਕੇ ਅਥ, ਚਰਨ ਗੁਰ ਅਮਰ ਪਵਲ ਰੈ। ਜਾਲੋ ਪਟ ਜੀ ਫਰਮਾਉਂਦੇ ਨੇ, ਚਰਨ ਤਾਂ ਪਰ ਸਖਿਆਤ। ਚਰਨ ਕਹਿੰਦੇ ਨੇ ਪੈਰਾਂ ਨੂੰ। ਸਾਡੇ ਸਰੀਰ ਦੇ ਪੈਰ ਨੇ ਜੋ ਸਾਡੇ ਸਾਰੇ ਸਰੀਰ ਦਾ ਭਾਰ ਚੁੱਕਦੇ ਨੇ। ਇਹਨਾਂ ਚਰਨਾਂ ਦੀ ਜੇ ਤੁਸੀਂ ਸਫਲਤਾ ਕਰਨੀ ਚਾਹੁੰਦੇ ਹੋ ਤਾਂ ਜਾਲੋ ਪਟ ਜੀ ਫਰਮਾਉਂਦੇ ਨੇ, ਚਰਨ ਗੁਰ ਅਮਰ ਪਵਲ ਰਹਿ। ਪਵਲ ਦਾ ਅਰਥ ਹੈ ਰਸਤਾ, ਰਹਿ ਦਾ ਅਰਥ ਹੁੰਦਾ ਚੱਲਣਾ, ਰਵਾਨਾ, ਰਵਾਂ ਹੋਣਾ। ਜੇ ਤੁਸੀਂ ਆਪਣੇ ਚਰਨਾਂ ਦੀ, ਪੈਰਾਂ ਦੀ ਸਫਲਤਾ ਕਰਨਾ ਚਾਹੁੰਦੇ ਹੋ, ਚਰਨ ਤਾਂ ਪਰ ਸਖਿਆਤ, ਪਰ ਵਿਸ਼ੇਸ਼ ਕਰਕੇ ਤੁਹਾਡੇ ਚਰਨ ਤਾਂ ਸਫਲੇ ਹੋ ਸਕਦੇ ਨੇ। ਚਰਨ ਗੁਰ ਅਮਰ ਪਵਲ ਰਹਿ। ਜੇ ਤੁਹਾਡੇ ਚਰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰਸਤੇ 'ਤੇ ਚੱਲਦੇ ਹਨ। ਚਰਨ ਗੁਰ ਅਮਰ ਪਵਲ ਰਹਿ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੋਇਆ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਜਿਹੜਾ ਉਸ ਰਸਤੇ 'ਤੇ ਚੱਲਦਾ ਹੈ, ਗੁਰਸਿੱਖੀ ਮਾਰਗ 'ਤੇ ਨਾਨਕ ਨਿਰਮਲ ਪੰਥ ਚਲਾਇਆ, ਉਸ ਰਸਤੇ 'ਤੇ ਚੱਲਦਾ ਹੈ, ਉਹਦੇ ਚਰਨ ਸਫਲ ਹੋ ਜਾਂਦੇ ਨੇ। ਦੂਜਾ ਇਹਦੇ ਵਿੱਚ ਭਾਵ ਇਹ ਵੀ ਹੈ, ਚਰਨ ਗੁਰ ਅਮਰ ਪਵਲ ਰਹਿ। ਜਿਹੜਾ ਗੁਰਸਿੱਖ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਰਸਤੇ ਚੱਲਦਾ ਹੈ, ਜਿਵੇਂ ਕਈ ਗੁਰਸਿੱਖ ਗੁਰੂ ਅਸਥਾਨਾਂ ਦੀ ਯਾਤਰਾ ਵੀ ਕਰਦੇ ਹਨ ਪੈਦਲ ਚੱਲ ਕੇ। ਜਦੋਂ ਗੁਰੂ ਅਸਥਾਨਾਂ ਦੀ ਪੈਦਲ ਯਾਤਰਾ ਕਰਦੇ ਹਾਂ, ਸਾਡੇ ਪੈਰ ਗੁਰੂ ਅਸਥਾਨਾਂ ਦੀ ਯਾਤਰਾ ਲਈ ਚੱਲਦੇ ਨੇ, ਉਹ ਸਾਡੇ ਪੈਰ ਵੀ ਸਫਲ ਹੋ ਜਾਂਦੇ ਹਨ। ਹੱਥ ਤਾ ਪਰਸ ਕੇ ਅਥ, ਹੱਥ ਲੱਗਹਿ ਗੁਰ ਅਮਰ ਪੈ। ਲਾਉਣ ਅੱਗੇ ਜਾਲੋ ਪਟ ਜੀ ਫਰਮਾਉਂਦੇ ਨੇ, ਹੱਥ ਤਾਂ ਪਰ ਸਕਿਆਤ, ਪਰ ਵਿਸ਼ੇਸ਼ ਕਰਕੇ ਸਾਡੇ ਹੱਥ ਤਾਂ ਸਕਾਰਥੀ ਹੋ ਸਕਦੇ ਨੇ, ਤਾਂ ਸਫਲੇ ਹੋ ਸਕਦੇ ਨੇ। ਹੱਥ ਲੱਗਾ ਗੁਰ ਅਮਰ ਪੈ। ਪੈ ਦਾ ਅਰਥ ਹੈ ਚਰਨ। ਜਿਹੜੇ ਹੱਥ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਲੱਗ ਜਾਂਦੇ ਨੇ, ਜਦੋਂ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ, ਸਾਡਾ ਸੀਸ ਗੁਰੂ ਚਰਨਾਂ 'ਤੇ ਝੁਕਦਾ ਹੈ ਅਤੇ ਸਾਡੇ ਹੱਥ ਵੀ ਗੁਰੂ ਚਰਨਾਂ ਦੀ ਛੋਹ ਨੂੰ ਪ੍ਰਾਪਤ ਕਰਦੇ ਹਨ। ਹਜ਼ੂਰ ਫਰਮਾਉਂਦੇ ਨੇ, ਹੱਥ ਤਾਂ ਵਿਸ਼ੇਸ਼ ਕਰਕੇ ਸਫਲ ਹੁੰਦੇ ਨੇ ਜਿਹੜੇ ਹੱਥ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਛੂੰਹਦੇ ਹਨ। ਜਿਹੀ ਤਾ ਪਰਸ ਕੇ ਅਥ, ਜਿਹੀ ਗੁਰ ਅਮਰ ਭਣੀਜੈ। ਜੀ ਦਾ ਅਰਥ ਹੈ ਜ਼ੁਬਾਨ, ਜੀ ਦਾ ਅਰਥ ਹੈ ਰਸਨਾ। ਇਹ ਸਾਡੀ ਜ਼ੁਬਾਨ ਤਾਂ ਸਫਲ ਹੁੰਦੀ ਹੈ, ਪਰ ਵਿਸ਼ੇਸ਼ ਕਰਕੇ ਜੀ ਗੁਰ ਅਮਰ ਭਣੀਜੈ। ਜੇ ਸਾਡੀ ਜੀਭ, ਸਾਡੀ ਜੇਬਾ, ਸਾਡੀ ਰਸਨਾ ਗੁਰੂ ਅਮਰਦਾਸ ਮਹਾਰਾਜ ਦਾ ਜਸ ਉਚਾਰਨ ਕਰਦੀ ਹੈ, ਅਥਵਾ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਗੁਰੂ ਦਾ ਨਾਮ ਜਪਦੀ ਹੈ, ਉਹ ਸਾਡੀ ਜੀਭ, ਸਾਡੀ ਰਸਨਾ ਸਫਲ ਹੋ ਜਾਂਦੀ ਹੈ। ਦੂਸਰਾ ਇਹਦਾ ਭਾਵ ਇਹ ਵੀ ਹੈ, ਜੀਹੀ ਗੁਰ ਅਮਰ ਭਣੀਜੈ। ਜਿਹੜੀ ਜ਼ੁਬਾਨ ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੀ ਹੈ, ਜਿਵੇਂ ਆਨੰਦ ਸਾਹਿਬ ਬਾਣੀ ਹੈ, ਹੋਰ ਬਾਣੀਆਂ ਨੇ, ਜਿਹੜੀ ਜ਼ੁਬਾਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਨੂੰ ਪੜ੍ਹਦੀ ਹੈ, ਅਥਵਾ ਗੁਰੂ ਅਮਰਦਾਸ ਮਹਾਰਾਜ ਦੇ ਬਖਸ਼ੇ ਨਾਮ ਨੂੰ ਜਪਦੀ ਹੈ,
ਉਹ ਸਾਡੀ ਰਸਨਾ ਵੀ ਸਫਲ ਹੋ ਜਾਂਦੀ ਹੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਭਿਖਿਜੈ। ਲਓ ਜਾਲੋ ਭੱਟ ਜੀ ਕਹਿੰਦੇ ਨੇ ਨੈਣ ਦਾ ਅਰਥ ਹੈ ਨੇਤਰ। ਸਾਡੇ ਨੇਤਰ ਤਾਂ ਪਰ ਵਿਸ਼ੇਸ਼ ਕਰਕੇ ਸਫਲ ਹੁੰਦੇ ਨੇ। ਨੈਣ ਗੁਣ ਅਮਰ ਭਖਿਜੈ, ਜੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੀ ਅਸੀਂ ਦਰਸ਼ਨ ਕਰਦੇ ਹਾਂ। ਅੰਤਰ ਗੁਰਿਆ ਰਦਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ। ਇਹ ਸਾਡੇ ਸਰੀਰ ਦੇ ਸਫਲਤਾ ਦੇ ਜੋ ਸਾਧਨ ਨੇ ਉਹਦੇ ਬਾਰੇ ਜਾਲੋ ਭੱਟ ਜੀ ਸਾਨੂੰ ਸਮਝਾ ਰਹੇ ਹਨ। ਗੁਰਮੁਖੋ ਤੁਹਾਡੇ ਨੇਤਰ ਤਾਂ ਵਿਸ਼ੇਸ਼ ਕਰਕੇ ਸਫਲ ਹੁੰਦੇ ਨੇ ਤੇ ਜੇ ਉਹ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੇ ਹਨ। ਸ਼ਰਵਣ ਤਾ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਣੀਜੈ। ਸ਼ਰਵਣ ਦਾ ਅਰਥ ਹੈ ਸਰੋਤਰ ਇੰਦਰੀਏ, ਜਿਸ ਦਾ ਭਾਵ ਹੈ ਕੰਨ। ਸ਼ਰਵਣ ਕੰਨਾਂ ਨੂੰ ਕਹਿੰਦੇ ਨੇ। ਕੰਨ ਤਾਂ ਪਰ ਵਿਸ਼ੇਸ਼ ਕਰਕੇ ਸਾਡੇ ਸਫਲ ਹੁੰਦੇ ਨੇ ਜੇ ਅਸੀਂ ਸ਼ਰਵਣ ਗੁਰ ਅਮਰ ਸੁਣੀਜੈ, ਜੇ ਅਸੀਂ ਕੰਨਾਂ ਰਾਹੀਂ ਗੁਰੂ ਅਮਰਦਾਸ ਮਹਾਰਾਜ ਦਾ ਜਸ ਸੁਣਦੇ ਹਾਂ ਅਥਵਾ ਉਹਨਾਂ ਦਾ ਨਾਮ ਸੁਣਦੇ ਹਾਂ ਜਾਂ ਉਹਨਾਂ ਦੀ ਬਾਣੀ ਸੁਣਦੇ ਹਾਂ, ਤੇ ਫਿਰ ਇਹ ਸਾਡੇ ਕੰਨਾਂ ਦੀ ਸਫਲਤਾ ਹੁੰਦੀ ਹੈ। ਆਨੰਦ ਸਾਹਿਬ ਬਾਣੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਦ ਹੀ ਫਰਮਾਇਆ ਹੈ, ਏ ਸ਼ਰਵਣਹੁ ਮੇਰਿਓ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ, ਸੁਣਹੁ ਸਤ ਬਾਣੀ। ਜੇ ਆਪਾਂ ਸੱਚੀ ਬਾਣੀ ਨੂੰ ਸੁਣਦੇ ਹਾਂ ਫਿਰ ਸਾਡੇ ਕੰਨਾਂ ਦੀ ਸਫਲਤਾ ਹੈ। ਜੇ ਆਪਾਂ ਗੰਦੇ ਗੀਤ ਸੰਗੀਤ ਨੂੰ ਸੁਣਦੇ ਹਾਂ, ਨਿੰਦਿਆ ਚੁਗਲੀ ਸੁਣਦੇ ਹਾਂ ਅਤੇ ਜਾਂ ਹੋਰ ਦੁਨਿਆਵੀ ਗੱਲਾਂ ਹੀ ਸੁਣਦੇ ਰਹਿੰਦੇ ਹਾਂ, ਫਿਰ ਇਹਨਾਂ ਦੀ ਸਫਲਤਾ ਨਹੀਂ ਹੋ ਸਕਦੀ। ਗੰਦੇ ਗੀਤਾਂ ਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਸੁੰਦਰ ਲਿਖਿਆ ਹੈ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਐ ਮੇਰੇ ਵਾਹਿਗੁਰੂ, ਮੇਰੇ ਕੰਨਾਂ ਦੇ ਵਿੱਚ ਗੰਦੇ ਗੀਤ ਸੰਗੀਤ ਬਿਲਕੁਲ ਨਾ ਪੈਣ, ਮੈਂ ਨਹੀਂ ਉਹਨਾਂ ਨੂੰ ਸੁਣਨਾ ਪਸੰਦ ਕਰਦਾ। ਸਾਕਤ ਪੁਰਸ਼ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਉਹ ਸੰਗੀਤ ਦੀਆਂ ਧੁਨਾਂ ਦੇ ਨਾਲ ਲੱਚਰ ਗੀਤ ਗਾਉਂਦੇ ਨੇ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਜਾਏ, ਤੇ ਬੇਥਵੇ ਬੋਲ ਬੋਲਦੇ ਨੇ। ਨਾ ਕੋਈ ਧੀ ਭੈਣ ਦੀ ਇੱਜ਼ਤ, ਨਾ ਕੋਈ ਲੋਕਾਂ ਦੀ ਸ਼ਰਮ ਧਰਮ, ਕਿਸੇ ਦੀ ਪਰਵਾਹ ਨਹੀਂ ਕਰਦੇ। ਇਹੋ ਜਿਹੇ ਲੋਕਾਂ ਦੀ ਮੈਂ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ। ਇੱਥੇ ਜਾਲੋ ਭੱਟ ਜੀ ਕਹਿੰਦੇ ਨੇ ਵੀ ਜੇ ਤੁਸੀਂ ਆਪਣੇ ਕੰਨਾਂ ਦੀ ਸਫਲਤਾ ਕਰਨੀ ਚਾਹੁੰਦੇ ਹੋ ਫਿਰ ਸਤਿਗੁਰੂ ਦੀ ਬਾਣੀ ਸੁਣਿਆ ਕਰੋ, ਸਤਿਗੁਰੂ ਦੀ ਕੀਰਤੀ ਸੁਣਿਆ ਕਰੋ। ਸਕਿਆਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਲਓ ਜਾਲੋ ਭੱਟ ਜੀ ਕਹਿੰਦੇ ਨੇ ਸਕਿਆਥ ਸੋ ਹੀਓ, ਹੀਓ ਦਾ ਅਰਥ ਹੈ ਹਿਰਦਾ। ਉਹ ਹਿਰਦਾ ਸਕਿਆਥ ਸਕਾਰਥਾ ਹੁੰਦਾ ਹੈ, ਸਫਲਾ ਹੁੰਦਾ ਹੈ। ਜਿਤ ਹੀ ਬਸ ਹੈ, ਜਿਸ ਹਿਰਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਵਸ ਜਾਂਦੇ ਨੇ। ਜਿਹੜੇ ਪੁਰਾਣੇ ਗੁਰਸਿੱਖ ਸਨ ਉਹ ਗੁਰੂ ਮਹਾਰਾਜ ਦੇ ਸਰਗੁਣ ਸਰੂਪ ਦਾ ਧਿਆਨ ਵੀ ਕਰਦੇ ਸਨ। ਜਿਹਦੇ ਹਿਰਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵਸ ਜਾਂਦੇ ਨੇ ਫਿਰ ਉਹ ਹਿਰਦਾ ਵੀ ਸਫਲ ਹੋ ਜਾਂਦਾ ਹੈ। ਗੁਰੂ ਅਮਰਦਾਸ ਨੇ ਜਗਤ ਪਿਤ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਜ ਆਪ ਸਾਰੇ ਜਗਤ ਦੇ ਪਿਤਾ ਨੇ। ਸਾਰੇ ਜਗਤ ਦਾ ਪਿਤਾ ਅਕਾਲ ਪੁਰਖ ਹੈ। ਉਸੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰੂ ਅਮਰਦਾਸ ਮਹਾਰਾਜ ਹਨ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਲੋ ਅਖੀਰਲੀ ਪੰਕਤੀ ਵਿੱਚ ਜਾਲੋ ਭੱਟ ਜੀ ਕਹਿੰਦੇ ਨੇ ਵੀ ਸਿਰ ਉਹ ਸਫਲਾ ਹੁੰਦਾ ਹੈ। ਕਿਹੜਾ ਸਿਰ? ਜੋ ਸਿਰ ਨਿਵੈ ਗੁਰ ਅਮਰ ਨਿਤ, ਜਿਹੜਾ ਸਿਰ ਹਮੇਸ਼ਾ ਲਈ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਤੇ ਝੁਕਦਾ ਹੈ।
ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਾਰ ਡੰਡੌਤ ਪੁੰਨ ਵੱਡਾ ਹੈ। ਕਿਸੇ ਕਵੀ ਨੇ ਲਿਖਿਆ ਹੈ, ਸੀਸ ਨਵਾਵਤ ਗਿਰ ਪਰ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਆ ਲੱਗਿਆ ਨਾ ਜਮ ਕੀ ਚੋਟ। ਜਿਹੜਾ ਸਿਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਝੁਕਦਾ ਹੈ, ਉਹ ਸੀਸ ਵੀ ਸਾਡਾ ਸਫਲ ਹੋ ਜਾਂਦਾ ਹੈ। ਤੇ ਨਰ ਦੁਖ ਨਹਿ ਭੁਖ, ਤੇ ਨਰ ਨਿਧਨ ਨਹੁ ਕਹੀਐ ਹੈ। ਲਾਉਣ ਦੂਜੇ ਸਵਈਏ ਦੇ ਵਿੱਚ ਜਿਨ੍ਹਾਂ ਗੁਰਸਿੱਖਾਂ ਤੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਬਹੁਤ ਉੱਚੇ ਮੁਰਾਤਬੇ ਹਾਸਲ ਹੁੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਤੇ ਨਰ ਦੁੱਖ ਨਹਿ ਭੁਖ। ਉਸ ਆਦਮੀ ਨੂੰ ਨਾ ਕੋਈ ਦੁੱਖ ਪੋ ਸਕਦਾ ਹੈ ਤੇ ਨਾ ਹੀ ਭੁੱਖ ਸਤਾ ਸਕਦੀ ਹੈ। ਅਥਵਾ ਤਿਨਾਰ ਦੁੱਖ ਨਹਿ ਭੁਖ, ਜਨਮ ਮਰਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਤੇ ਜਿਹੜੀ ਮਨ ਦੀ ਭੁੱਖ ਹੈ, ਆਸਾ ਤ੍ਰਿਸ਼ਨਾ ਦੀ, ਇਹ ਸਭ ਤੋਂ ਖਤਰਨਾਕ ਹੈ। ਨਾ ਉਸ ਨੂੰ ਜਨਮ ਮਰਨ ਦਾ ਦੁੱਖ ਹੀ ਵਿਆਪ ਸਕਦਾ ਹੈ, ਤੇ ਨਾ ਹੀ ਆਸਾ ਤ੍ਰਿਸ਼ਨਾ ਦੀ ਭੁੱਖ ਨੂੰ ਸਤਾ ਸਕਦੀ ਹੈ। ਜਿਹਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਤੇ ਨਰ ਨਿਧਨ ਨਹੁ ਕਹੀਐ ਹੈ। ਤੇ ਨਰ ਉਸ ਪੁਰਸ਼ ਨੂੰ ਕਦੇ ਨਿਧਨ ਦਾ ਅਰਥ ਹੈ ਧਨ ਤੋਂ ਬਿਨਾ ਕੌਣ ਹੁੰਦਾ? ਕੰਗਾਲ, ਗਰੀਬ। ਉਹ ਕਦੇ ਗਰੀਬ ਵੀ ਨਹੀਂ ਹੁੰਦਾ। ਜਿਹਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਮਿਹਰ ਹੋ ਜਾਂਦੀ ਹੈ, ਨਾ ਉਹਨੂੰ ਦੁੱਖ ਤੇ ਭੁੱਖ ਸਤਾ ਸਕਦੇ ਨੇ, ਤੇ ਨਾ ਹੀ ਕਦੀ ਉਹ ਕੰਗਾਲ ਹੁੰਦਾ ਵੀ ਜਿਹੜਾ ਕਿਸੇ ਨੂੰ ਅੰਨ ਪਾਣੀ ਵੀ ਨਾ ਛਕਾ ਸਕੇ, ਕੋਈ ਸੰਗਤ ਦੀ ਸੇਵਾ ਨਾ ਕਰ ਸਕੇ, ਉਹ ਕਦੀ ਗਰੀਬ ਵੀ ਨਹੀਂ ਹੁੰਦਾ। ਅਥਵਾ ਇਹਦੇ ਵਿੱਚ ਦੂਜਾ ਭਾਵ ਇਹ ਹੈ, ਭਰਤਰੀ ਜੀ ਨੇ ਲਿਖਿਆ ਹੈ, ਜਾ ਕੇ ਤ੍ਰਿਸ਼ਨਾ ਆਦਿ ਕੈ ਬਹੀ ਪਰਮ ਕੰਗਾਲ। ਜਿਸ ਮਨੁੱਖ ਦੇ ਮਨ ਦੇ ਵਿੱਚ ਬਹੁਤ ਹੀ ਮਾਇਆ ਦੀ ਭੁੱਖ ਲੱਗੀ ਰਹਿੰਦੀ ਹੈ, ਉਹ ਸਭ ਤੋਂ ਵੱਡਾ ਗਰੀਬ ਹੁੰਦਾ। ਭਾਵੇਂ ਕਿਸੇ ਕੋਲੇ ਕਿੰਨਾ ਵੀ ਧਨ ਕਿਉਂ ਨਾ ਹੋਵੇ, ਪਰ ਜੇ ਅੰਦਰੋਂ ਤ੍ਰਿਸ਼ਨਾ ਨਹੀਂ ਮੁੱਕੀ, ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਉਹ ਗਰੀਬ ਹੀ ਹੁੰਦਾ। ਭਗਤ ਕਬੀਰ ਜੀ ਨੇ ਗਰੀਬ ਦਾ ਇੱਕ ਹੋਰ ਵੀ ਲੱਛਣ ਦੱਸਿਆ ਹੈ। ਉਹ ਲਿਖਦੇ ਨੇ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕਿ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਨਾ ਵਸਿਆ, ਉਹ ਗਰੀਬ ਹੈ, ਉਹ ਕੰਗਾਲ ਹੈ। ਲੋ ਇੱਥੇ ਜਾਲੋ ਭੱਟ ਜੀ ਕਹਿੰਦੇ ਨੇ ਵੀ ਜਿਸ ਪੁਰਸ਼ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ, ਫਿਰ ਉਹਨੂੰ ਕਦੀ ਗਰੀਬ ਨਹੀਂ ਉਹਨੂੰ ਆਖਿਆ ਜਾ ਸਕਦਾ। ਉਹ ਹਮੇਸ਼ਾ ਅਮੀਰ ਹੀ ਹੁੰਦਾ ਹੈ, ਉਹ ਸਾਰੀ ਦੁਨੀਆ ਦਾ ਰਾਜਾ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਰੱਬ ਦਾ ਪਿਆਰਾ, ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ, ਉਹਦੇ ਕੋਲੇ ਚਾਹੇ ਬੈਰੂਨੀ ਤੌਰ ਤੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਕੋਈ ਵੀ ਪਦਾਰਥ, ਕੋਈ ਵੀ ਸੁੱਖ ਸਹੂਲਤ ਨਾ ਹੋਵੇ, ਪਰ ਹਜ਼ੂਰ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜ ਹੈ। ਉਹਨਾਂ ਦੀ ਬਾਣੀ ਪੜ੍ਹੋ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਤੂੜ ਮਨ ਉਧਰੈ ਜਿਸ ਹੋਏ ਸੋ ਪ੍ਰਸੰਨ। ਉਹ ਪੁਰਸ਼ ਕਦੀ ਗਰੀਬ ਨਹੀਂ ਹੁੰਦਾ, ਜਿਹਦੇ ਉੱਤੇ ਗੁਰੂ ਮਹਾਰਾਜ ਦੀ ਮਿਹਰ ਹੋ ਜਾਂਦੀ ਹੈ। ਤੇ ਨਰ ਸੋਕ ਨਹੁ ਹੂਐ, ਤੇ ਨਰ ਸੇ ਅੰਤ ਨਹਿ ਲਹੀਐ ਹੈ। ਲੋ ਜਾਲੋ ਭੱਟ ਜੀ ਕਹਿੰਦੇ ਨੇ, ਤੇ ਨਰ ਸੋਕ ਨਹੁ ਹੋਇਆ। ਉਸ ਨਰ ਪੁਰਸ਼ ਨੂੰ ਕਦੇ ਸ਼ੋਕ ਵੀ ਨਹੀਂ ਪੈਦਾ ਹੁੰਦਾ। ਭਾਵ ਜਿਨ੍ਹਾਂ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ, ਕੋਈ
ਮਰੀ ਜਾਵੇ ਜੰਮੀ ਜਾਵੇ, ਤਨ ਮਾਇਆ ਪਦਾਰਥ ਆਉਂਦੇ ਰਹਿਣ ਜਾਂਦੇ ਰਹਿਣ, ਪਰ ਉਹਦੇ ਉੱਤੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਉਸ ਆਦਮੀ ਨੂੰ ਕਦੇ ਕੋਈ ਸ਼ੋਕ ਨਹੀਂ ਹੁੰਦਾ। ਤੇ ਨਰ ਸੇ ਅੰਤ ਨਾ ਲਹੀਐ, ਤੇ ਨਰ ਉਸ ਪੁਰਸ਼ ਦੇ ਵਿੱਚ ਇੰਨੇ ਗੁਣ ਨੇ, ਉਹਨਾਂ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਤੇ ਨਰ ਸੇਵ ਨਹੁ ਕਰਹਿ, ਤੇ ਨਰ ਸਹਿਸ ਸਮਪਹਿ। ਲੋ ਜਾਲੋ ਪਟ ਜੀ ਕਹਿੰਦੇ ਨੇ, ਉਹ ਪੁਰਸ਼ ਗੁਰੂ ਦਾ ਸਿੱਖ ਕਦੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੀ, ਕਿਸੇ ਦੇਹਧਾਰੀ ਪਖੰਡੀ ਦੀ ਅਥਵਾ ਮੜੀਆਂ ਮਸਾਣੀਆਂ ਦੀ ਕਿਸੇ ਦੀ ਸੇਵਾ ਨਹੀਂ ਕਰਦਾ। ਗੁਰੂ ਦਾ ਸਿੱਖ ਗੁਰੂ ਤੇ ਭਰੋਸਾ ਰੱਖਦਾ ਹੈ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਕਲਗੀਧਰ ਪਾਤਸ਼ਾਹ ਦਾ ਵੀ ਸਾਨੂੰ ਇਹੀ ਹੁਕਮ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਪੂਲ ਨਾ ਮੰਨੈ। ਗੁਰੂ ਦਾ ਸਿੱਖ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਟਹਿਲ ਭਗਤੀ ਨਹੀਂ ਕਰਦਾ। ਤੇ ਨਰ ਸਹਿਜ ਸਮਪੈ, ਉਹ ਆਦਮੀ ਜਿਸ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਸੈਂਕੜੇ ਨਹੀਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਉਹ ਦੂਜਿਆਂ ਨੂੰ ਸਹਾਇਤਾ ਦੇ ਸਕਦਾ ਹੈ। ਜਿਨ੍ਹਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ। ਫਿਰ ਉਹ ਦਾਤੇ ਬਣ ਕੇ ਸੈਂਕੜੇ ਹਜ਼ਾਰਾਂ ਰੁਪਏ ਅਥਵਾ ਸੈਂਕੜੇ ਹਜ਼ਾਰਾਂ ਪਦਾਰਥ ਸਮੱਪਾ ਹੈ, ਉਹ ਦੂਜਿਆਂ ਨੂੰ ਸਮਰਪਣ ਕਰ ਦਿੰਦੇ ਨੇ। ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਸਤੇ ਦਾਨ ਕਰ ਦਿੰਦੇ ਨੇ, ਜਿਨ੍ਹਾਂ 'ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੁੰਦੀ ਹੈ। ਤੇ ਨਰ ਦੁਲੀਚੈ ਬਹਿ, ਤੇ ਨਰ ਉਥਪ ਬਿਥਪਹਿ। ਲੋ ਜਾਲੋ ਪਟ ਜੀ ਕਹਿੰਦੇ ਨੇ, ਤੇ ਨਰ ਦੁਲੀਚਾ ਬਹਿ, ਉਹ ਆਦਮੀ ਗਲੀਚੀਆਂ 'ਤੇ ਬਹਿੰਦਾ। ਜਿਵੇਂ ਰਾਜੇ ਮਹਾਰਾਜੇ ਹੇਠਾਂ ਗਲੀਚੇ ਵਿਛਾ ਕੇ ਤੇ ਤਖਤਾਂ 'ਤੇ ਬੈਠਦੇ ਸਨ, ਇਸ ਤਰ੍ਹਾਂ ਉਹ ਗੁਰੂ ਦੇ ਪਿਆਰ ਵਾਲੇ ਸਿੱਖ ਰਾਜੇ ਬਣ ਕੇ ਗਲੀਚਿਆਂ 'ਤੇ ਬਹਿੰਦੇ ਨੇ। ਤੇ ਨਰ ਉਥਪ ਬਥਪੈ, ਉਹਨਾਂ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ, ਉਹ ਗੁਰੂ ਦੇ ਪਿਆਰੇ ਗੁਰਸਿੱਖ ਚਾਹੇ ਕਿਸੇ ਨੂੰ ਉੱਚੇ ਤਖਤ 'ਤੇ ਬਿਠਾ ਦੇਣ ਤੇ ਚਾਹੇ ਕਿਸੇ ਨੂੰ ਲਾ ਦੇਣ, ਕਿਸੇ ਨੂੰ ਰਾਜਾ ਬਣਾ ਦੇਣ, ਕਿਸੇ ਨੂੰ ਕੰਗਾਲ ਕਰ ਛੱਡਣ, ਇਹ ਉਹਨਾਂ ਦੇ ਬਚਨਾਂ ਵਿੱਚ ਹੀ ਸ਼ਕਤੀ ਆ ਜਾਂਦੀ ਹੈ। ਤੇ ਨਰ ਉਥਪ ਬਥਪੈ। ਦੂਜਾ ਅੰਤਰੀ ਭਾਵ ਇਹ ਹੈ, ਜਿਸ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ, ਉਹ ਥੱਪ ਬਿਥੱਪਾ ਹੈ, ਵੀ ਉਹ ਆਪਣੇ ਅੰਦਰੋਂ ਔਗਣਾਂ ਦੀਆਂ ਜੜ੍ਹਾਂ ਪੱਟ ਦਿੰਦੇ। ਉਹਨਾਂ ਦੀ ਥਾਂ 'ਤੇ ਜਿਹੜੇ ਸ੍ਰੇਸ਼ਟ ਗੁਣ ਨੇ ਸਿੱਖੀ ਦੇ, ਸਤ ਸੰਤੋਖ ਦਇਆ ਧਰਮ ਵਿਚਾਰ ਸੇਵਾ ਸਿਮਰਨ ਤਿਆਗ ਵੈਰਾਗ, ਉਹ ਸ੍ਰੇਸ਼ਟ ਗੁਣਾਂ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ। ਸੁਖ ਲਹਿ ਤੇ ਨਰ ਸੰਸਾਰ ਮਹਿ, ਅਭੈ ਪਟ ਰਿਪ ਮਦ ਤਿਹ। ਲੋ ਕਵੀ ਜੀ ਕਹਿੰਦੇ ਨੇ, ਉਹ ਪੁਰਸ਼ ਸੰਸਾਰ ਦੇ ਵਿੱਚ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ। ਸੁਖ ਲਹਿ ਤੇ ਨਰ ਸੰਸਾਰ ਮੈਂ, ਉਹ ਗੁਰੂ ਦੇ ਲਾਲ, ਉਹ ਗੁਰੂ ਦੇ ਪਿਆਰੇ ਸਿੱਖ ਸੰਸਾਰ ਵਿੱਚ ਸਾਰੇ ਸੁਖ ਪ੍ਰਾਪਤ ਕਰ ਲੈਂਦੇ ਨੇ। ਤੇ ਨਾਲ ਹੀ ਜਾਲੋ ਭੱਟ ਜੀ ਕਹਿੰਦੇ ਨੇ, ਅਪੈ ਪਟ ਰਿਪ ਮਦ ਤੇ, ਰਿਪ ਮਦ ਤੇ, ਰਿਪ ਕਹਿੰਦੇ ਨੇ ਵੈਰੀ ਨੂੰ, ਉਹ ਵੈਰੀਆਂ ਦੇ ਵਿਚਕਾਰ ਅਪੈ ਪਟ ਨਿਰਭੈਤਾ ਦੇ ਬਸਤਰ ਪਹਿਨ ਕੇ ਵਿਚਰਦੇ ਨੇ। ਭਾਵ ਉਹਨਾਂ ਨੂੰ ਦੁਸ਼ਮਣ ਤੋਂ ਵੀ ਡਰ ਨਹੀਂ ਆਉਂਦਾ। ਅਪੈ ਪਟ ਸੂਰਮਿਆਂ ਦੇ ਸੰਜੂਆਂ ਪਾਈਆਂ ਹੁੰਦੀਆਂ ਹਨ। ਇੱਕ ਜਾਲੀਦਾਰ ਸੰਜੋ ਹੁੰਦੀ ਸੀ, ਦੂਸਰੀ ਫੱਟੀਦਾਰ। ਅੱਜ ਕੱਲ੍ਹ ਬੁਲਟ ਪ੍ਰੂਫ ਜਾਕਟਾਂ ਵੀ ਬਣੀਆਂ ਹੋਈਆਂ ਨੇ, ਵੀ ਜਿਨ੍ਹਾਂ ਦੇ ਵਿੱਚੋਂ ਦੀ ਗੋਲੀ ਨਹੀਂ ਲੰਘ ਸਕਦੀ। ਹੁਣ ਜਿਸ ਨੇ ਬੁਲਟ ਪ੍ਰੂਫ ਜਾਕਟ ਪਾਈ ਹੋਵੇ, ਉਹ ਦੁਸ਼ਮਣਾਂ ਦੇ ਵਿੱਚ ਵੀ ਤੁਰਿਆ ਫਿਰੇ, ਉਹਨੂੰ ਡਰ ਨਹੀਂ ਲੱਗਦਾ। ਕਿਉਂ? ਉਹਨੂੰ ਪਤਾ ਹੈ ਮੇਰੇ ਗੋਲੀ ਨਹੀਂ ਵੱਜ ਸਕਦੀ। ਇਸੇ ਲਈ ਜਾਲੋ ਭੱਟ ਜੀ ਕਹਿੰਦੇ ਨੇ, ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ 'ਤੇ ਤੁਹਾਡੀ ਮਿਹਰ ਹੋ ਜਾਂਦੀ ਹੈ, ਉਹ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਵੀ ਨਿਰਭੈ ਹੋ ਕੇ
ਤੇ ਨਾਲ ਬੁਲਟ ਪ੍ਰੂਫ ਵਾਂਗ ਨਿਮਰਤਾ ਦਾ ਬ੍ਰਹਮ ਕਵਚ ਪਹਿਨ ਕੇ ਉਹ ਹਮੇਸ਼ਾ ਲਈ ਨਿਰਭੈ ਹੋ ਕੇ ਵਿਚਰਦੇ ਨੇ। ਦੂਸਰਾ ਇਹਦਾ ਅਰਥ ਇਉਂ ਵੀ ਮਹਾਂਪੁਰ ਕਰਦੇ ਸਨ, ਅਪੈ ਪਟ ਰਿਪ ਮੱਧ ਤੇ, ਜਿਹੜੇ ਸਾਡੇ ਅੰਦਰੂਨੀ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਵਿੱਚ ਵੀ ਨਿਰਭੈ ਹੋ ਕੇ, ਤੇ ਪਟ ਦਾ ਅਰਥ ਹੈ ਪਟੂ ਚਤਰ ਹੋ ਕੇ, ਜਿਵੇਂ ਸਿਆਣਾ ਸੂਰਮਾ ਹੈ ਉਹ ਦੁਸ਼ਮਣਾਂ ਦੇ ਵਿੱਚ ਵੀ ਵਿਚਰਦਾ ਹੈ, ਪਰ ਉਹ ਐਸੇ ਪੈਂਤੜਿਆਂ ਨੂੰ ਜਾਣਦਾ ਹੁੰਦਾ ਹੈ, ਉਹ ਦੁਸ਼ਮਣ ਦੇ ਵਾਰ ਤੋਂ ਆਪਣੇ ਆਪ ਨੂੰ ਬਚਾ ਲੈਂਦੇ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਦੀ ਇਹ ਮਹਿਮਾ ਹੋ ਰਹੀ ਹੈ, ਜਿਨ੍ਹਾਂ ਉੱਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ, ਉਹ ਬੈਰੂਨੀ ਚਾਹੇ ਅੰਦਰੂਨੀ ਜਿਹੜੇ ਸਾਡੇ ਦੁਸ਼ਮਣ ਨੇ, ਉਹਨਾਂ ਦੇ ਵਿੱਚ ਨਿਰਭੈ ਹੋ ਕੇ ਵਿਚਰਦੇ ਨੇ, ਤੇ ਸਿਆਣੇ ਸੂਰਮਿਆਂ ਵਾਂਗੂ ਦੁਸ਼ਮਣ ਦੇ ਵਾਰਾਂ ਤੋਂ ਆਪਣੇ ਆਪ ਨੂੰ ਬਚਾਉਂਦੇ ਨੇ, ਤੇ ਉਹਨਾਂ 'ਤੇ ਵਾਰ ਕਰਕੇ ਉਹਨਾਂ ਨੂੰ ਸਮਾਪਤ ਕਰ ਦਿੰਦੇ ਹਨ। ਸਕਿਆਥ ਤੇ ਨਰ ਜਾਲਪ ਭਣੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹੇ। ਲੋ ਇੱਥੇ ਅਖੀਰ ਦੇ ਉੱਤੇ ਇਹ ਤੱਥ ਕੱਢਿਆ ਹੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੋ ਭਲੀ ਪ੍ਰਕਾਰ ਜਿਸ ਉੱਤੇ ਪ੍ਰਸੰਨ ਹੁੰਦੇ ਨੇ, ਭਾਵ ਚੰਗੀ ਤਰ੍ਹਾਂ ਜਿਨ੍ਹਾਂ 'ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੁੰਦੇ ਨੇ। ਸਕਿਆਥ ਤੇ ਨਰ ਜਾਲਪ ਨੇ। ਜਾਲਪ ਕਵੀ ਕਹਿ ਰਿਹਾ ਹੈ, ਉਹ ਨਰ ਪੁਰਸ਼ ਸਕਿਆਥ ਸਫਲ ਹੋ ਜਾਂਦਾ ਹੈ, ਉਹਦਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਨ੍ਹਾਂ ਉਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਿਹਰਬਾਨ ਹੁੰਦੇ ਨੇ, ਉਹਨਾਂ ਮਨੁੱਖਾਂ ਦਾ ਜੀਵਨ ਤੇ ਜਨਮ ਸਫਲਾ ਹੋ ਜਾਂਦਾ ਹੈ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਹੁਣ ਫਿਰ ਜਾਲੋ ਭੱਟ ਜੀ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਉਚਾਰਨ ਕਰ ਰਹੇ ਨੇ। ਤੈਂ ਪੜ੍ਹਿਓ ਇੱਕ, ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੜ੍ਹਿਆ ਹੈ। ਭਾਵ ਸਤਿਗੁਰੂ ਦੀ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੈ। ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ, ਸੱਚਾ ਵੇ ਪਰਵਾਹੋ। ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪੜ੍ਹਿਆ ਹੈ ਤੇ ਮਨ ਧਰਿਓ ਇੱਕ, ਤੇ ਇੱਕੋ ਵਾਹਿਗੁਰੂ ਪਰਮੇਸ਼ਰ ਨੂੰ ਤੁਸੀਂ ਆਪਣੇ ਮਨ ਵਿੱਚ ਟਿਕਾਇਆ ਹੈ। ਜਿਵੇਂ ਕੋਈ ਜਿਗਿਆਸੂ ਧਰਮ ਗ੍ਰੰਥ ਪੜ੍ਹਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਦਾ ਹੈ, ਪਹਿਲਾਂ ਉਸ ਨੂੰ ਪੜ੍ਹਦਾ ਹੈ ਤੇ ਪੜ੍ਹ ਕੇ ਉਹਨੂੰ ਆਪਣੇ ਮਨ ਵਿੱਚ ਜੀਨ ਵਿੱਚ ਵਸਾਉਂਦਾ ਹੈ। ਭਾਵ ਵੀ ਕਿਹੜਾ ਪਾਠ ਸ਼ੁੱਧ ਹੈ ਤੇ ਕਿਹੜਾ ਅਸ਼ੁੱਧ ਹੈ, ਇਸ ਗੱਲ ਦਾ ਨਿਰਣਾ ਕਰਕੇ ਸਹੀ ਪਾਠ ਨੂੰ, ਸਹੀ ਅਰਥ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਇਸੇ ਤਰ੍ਹਾਂ ਪਟ ਗੁਰੂ ਕੀ ਮਹਿਮਾ ਉਚਾਰਨ ਕਰ ਰਹੇ ਨੇ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਇੱਕ ਸਤਿਗੁਰੂ ਦੀ ਬਾਣੀ ਨੂੰ ਪੜ੍ਹਿਆ ਹੈ ਤੇ ਇੱਕ ਨੂੰ ਹੀ ਆਪਣੇ ਮਨ ਵਿੱਚ ਧਰਿਓ, ਧਾਰਨ ਕੀਤਾ ਹੈ। ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦਾ ਸਿਧਾਂਤ ਅਦਵੈਤ ਸਿਧਾਂਤ ਹੈ, ਉਹਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਕਰ ਇੱਕ ਪਛਾਣਿਓ, ਤੇ ਉਸ ਵਾਹਿਗੁਰੂ ਨੂੰ ਇੱਕ ਅਦਵੈਤ ਸਰੂਪ ਨਿਸ਼ਚੇ ਕਰਕੇ ਪਛਾਣਿਓ, ਉਹਦੀ ਡੂੰਘੀ ਜਾਣ ਪਛਾਣ ਹਾਸਲ ਕਰ ਲਈ ਹੈ। ਨੈਣ ਬੈਣ ਮੋਹਿ ਇੱਕ ਇੱਕ, ਦੋਹੋ ਠਾਏ ਨਾ ਜਾਣਿਓ। ਲੋ ਤੁਹਾਡੇ ਨੇਤਰਾਂ ਵਿੱਚ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ, ਤੇ ਬੈਣ ਤੁਹਾਡੇ ਬਚਨਾਂ ਦੇ ਵਿੱਚ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ, ਤੇ ਤੁਹਾਡੇ ਮੁਖ ਦੇ ਵਿੱਚ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਨੈਣ ਬੈਣ ਮੋਹਿ ਇੱਕ ਇੱਕ, ਇੱਕੋ ਵਾਹਿਗੁਰੂ ਅੱਖਾਂ ਵਿੱਚ ਵਸ ਰਿਹਾ ਹੈ। ਇੱਕੋ ਵਾਹਿਗੁਰੂ ਤੁਹਾਡੇ ਬੈਣ ਬਚਨਾਂ ਦੇ ਵਿੱਚ, ਬਾਣੀ ਵਿੱਚ ਵਸ ਰਿਹਾ ਹੈ। ਇੱਕੋ ਵਾਹਿਗੁਰੂ ਤੁਹਾਡੇ ਮੁਖ ਦੇ ਵਿੱਚ ਵਸ ਰਿਹਾ ਹੈ। ਦੋਹੋ ਠਾਏ ਨਾ ਜਾਣਿਓ, ਠਾਏ ਤੁਸੀਂ ਆਪਣੇ ਹਿਰਦੇ ਵਿੱਚ
ਦੋਹ ਦਾ ਅਰਥ ਹੈ ਦੂਜੇ ਨੂੰ ਜਾਣਿਆ ਹੀ ਨਹੀਂ ਹੈ। ਤੁਹਾਡੇ ਅੰਦਰ ਇੱਕ ਦਾ ਵਿਸ਼ਵਾਸ ਹੈ, ਇੱਕ ਦਾ ਯਕੀਨ ਹੈ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਸ। ਦੂਜਾ ਕਾਹੇ ਸਿਮਰਿਆ ਜੰਮੈ ਤੈ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇਹ ਗੁਰਮਤਿ ਦੇ ਸਿਧਾਂਤ ਨੇ। ਤੁਹਾਡੇ ਨੇਤਰਾਂ ਵਿੱਚ ਵੀ ਉਹੀ ਵਾਹਿਗੁਰੂ ਵਸ ਰਿਹਾ ਹੈ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਤੁਹਾਡੇ ਬੈਣ ਬਚਨਾਂ ਦੇ ਵਿੱਚ ਵੀ, ਤੁਹਾਡੇ ਮੂੰਹ ਦੇ ਵਿੱਚ ਵੀ, ਭਾਵ ਸਾਰੇ ਥਾਵਾਂ ਤੇ ਤੁਹਾਡੇ ਪਰਮੇਸ਼ਰ ਹੀ ਵਸ ਰਿਹਾ ਹੈ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮਹਿ ਲੀਣੋ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੁਪਨ ਇੱਕ, ਸੁਪਨੇ ਦੇ ਵਿੱਚ ਵੀ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਦੇਖਦੇ ਹੋ। ਪ੍ਰਤੱਖ ਇੱਕ, ਜਦੋਂ ਤੁਸੀਂ ਜ਼ਾਹਰਾ ਤੌਰ 'ਤੇ ਜਾਗਰਤ ਅਵਸਥਾ ਦੇ ਵਿੱਚ ਵਿਚਰਦੇ ਹੋ, ਉਸ ਵੇਲੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਦੇਖਦੇ ਹੋ। ਭਾਵ ਬਾਹਰਲੀਆਂ ਅੱਖਾਂ ਦੇ ਨਾਲ ਵੀ ਤੁਸੀਂ ਇੱਕ ਵਾਹਿਗੁਰੂ ਨੂੰ ਵੇਖਦੇ ਹੋ, ਅਤੇ ਅੰਦਰਲੀਆਂ ਅੱਖਾਂ ਦੇ ਨਾਲ ਸੁਪਨੇ ਦੇ ਵਿੱਚ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦੇ ਹੋ। ਇੱਕ ਸਮੈ ਲੀਣੋ, ਅਤੇ ਜਦੋਂ ਗੂੜੀ ਨੀਂਦ ਵਿੱਚ ਸੁਖੋਪਤ ਅਵਸਥਾ ਵਿੱਚ ਬਿਰਾਜਦੇ ਹੋ, ਉਸ ਵੇਲੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਲੀਨ ਹੁੰਦੇ ਹੋ। ਇਹ ਸਾਡੇ ਸਰੀਰ 'ਤੇ ਤਿੰਨ ਅਵਸਥਾ ਆਉਂਦੀਆਂ ਨੇ, ਜਾਗਰਤ, ਸੁਪਨ ਅਤੇ ਸੁਖੋਪਤ। ਜਦੋਂ ਜਾਗਦੇ ਹੋ ਉਸ ਵੇਲੇ ਵੀ ਇੱਕ ਦੇ ਨਾਲ ਜੁੜੇ ਰਹਿੰਦੇ ਹੋ। ਸੁਪਨ ਅਵਸਥਾ ਵਿੱਚ ਵੀ ਤੁਸੀਂ ਇੱਕ ਵਾਹਿਗੁਰੂ ਦੇ ਨਾਲ ਹੀ ਜੁੜੇ ਰਹਿੰਦੇ ਹੋ। ਜਦੋਂ ਗੂੜੀ ਨੀਂਦ ਵਿੱਚ ਬਿਰਾਜਦੇ ਹੋ ਉਸ ਵੇਲੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਲੀਨ ਹੁੰਦੇ ਹੋ। ਸਾਡੀ ਅਵਸਥਾ ਹੈ ਇਹ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਜਾਗਰਤ ਵੇਲੇ ਕੁਝ ਹੋਰ, ਸੁਪਨੇ ਦੇ ਵਿੱਚ ਕਈ ਵਾਰੀ ਹੋਰ ਸਾਨੂੰ ਡਰਾਉਣੇ ਦ੍ਰਿਸ਼ ਵੀ ਦਿਖਾਈ ਦੇਣ ਲੱਗ ਜਾਂਦੇ ਨੇ, ਅਤੇ ਜਦੋਂ ਸੌਂਦੇ ਹਾਂ ਤਾਂ ਸਾਰਾ ਕੁਝ ਹੀ ਭੁੱਲ ਜਾਂਦਾ ਹੈ। ਪਰ ਤੁਸੀਂ ਜਾਗਰਤ, ਸੁਪਨ, ਸੁਖੋਪਤ ਤਿੰਨੇ ਅਵਸਥਾ ਦੇ ਵਿੱਚ ਹੀ ਇੱਕ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਹੋ, ਅਤੇ ਇੱਕ ਨੂੰ ਤੱਕਦੇ ਹੋ, ਅਤੇ ਇੱਕ ਦੇ ਵਿੱਚ ਹੀ ਲੀਨ ਹੋ ਜਾਂਦੇ ਹੋ। ਤੀਸ ਇੱਕ ਅਰ ਪੰਜ ਸਿੱਧ, ਪੈ ਤੀਸ ਨਾ ਖੀਣੋ। ਲੋਕ ਕਵੀ ਜੀ ਕਹਿੰਦੇ ਨੇ ਵੀ 30 ਮਹੀਨੇ ਦੇ 30 ਦਿਨ ਹੁੰਦੇ ਨੇ। ਪੂਰੇ ਮਹੀਨੇ ਵਿੱਚ, ਪੂਰੇ ਸਾਲ ਵਿੱਚ, ਅਤੇ ਸਾਰੀਆਂ ਸਦੀਆਂ ਦੇ ਵਿੱਚ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਦੇ ਹੋ। ਅਰ ਪੰਜ ਸਿੱਧ, ਪੰਜ ਤੱਤ ਨੇ, ਆਪ ਤੇਜ ਵਾਯ ਪ੍ਰਿਥਵੀ ਆਕਾਸ਼ਾ। ਇਹਨਾਂ ਪੰਜ ਤੱਤਾਂ ਤੋਂ ਸਾਰਾ ਸੰਸਾਰ ਬਣਿਆ ਹੈ। ਇਸ ਲਈ ਜਿੱਥੇ ਤੁਸੀਂ ਸਾਰੇ ਸਮਿਆਂ ਦੇ ਵਿੱਚ ਇੱਕ ਵਾਹਿਗੁਰੂ ਨੂੰ ਅਨੁਭਵ ਕਰਦੇ ਹੋ, ਉੱਥੇ ਪੰਜਾਂ ਤੱਤਾਂ ਦੇ ਸੰਸਾਰ ਵਿੱਚ ਸਿੱਧ ਇੱਕੋ ਵਾਹਿਗੁਰੂ ਪਰਮੇਸ਼ਰ ਨੂੰ ਤੁਸੀਂ ਪ੍ਰਾਪਤ ਕੀਤਾ ਹੈ। ਭਾਵ ਇੱਕੋ ਵਾਹਿਗੁਰੂ ਪਰਮੇਸ਼ਰ ਨੂੰ ਅਨੁਭਵ ਕਰਦੇ ਹੋ। ਪੈ ਤੀਸ ਨਾ ਖੀਣੋ, ਜਿਹੜੀ ਗੁਰਮੁਖੀ ਦੀ ਵਰਣਮਾਲਾ ਹੈ ਉਹਦੇ 35 ਅੱਖਰ ਨੇ। ਆਪਾਂ 35 ਵੀ ਉਹਨੂੰ ਕਹਿ ਦਿੰਦੇ ਹਾਂ ਵੀ 35 ਪੜ੍ਹੋ, 35 ਪੜ੍ਹਾਓ। ਉਹ ਜਿਹੜੇ 35 ਅੱਖਰੀ ਗੁਰਮੁਖੀ ਵਰਣਮਾਲਾ ਹੈ, ਉਹਦੇ ਵਿੱਚ ਸਾਰੀ ਸਤਿਗੁਰੂ ਦੀ ਬਾਣੀ ਲਿਖੀ ਹੋਈ ਹੈ। ਬਲਕਿ ਇਤਿਹਾਸ ਵੀ ਉਸ ਗੁਰਮੁਖੀ ਵਰਣਮਾਲਾ ਵਿੱਚ ਹੀ ਲਿਖੇ ਹੋਏ ਨੇ। ਪੈ ਤੀਸ ਨਾ ਖੀਣੋ, ਜਿਹੜੀ 35 ਅੱਖਰਾਂ ਵਾਲੀ ਗੁਰਮੁਖੀ ਵਰਣਮਾਲਾ ਹੈ, ਅਤੇ ਉਹਦੇ ਵਿੱਚ ਬਾਣੀ ਲਿਖੀ ਹੋਈ ਹੈ। ਅਤੇ ਨਾ ਖੀਣੋ, ਉਹਦੇ ਵਿੱਚ ਵੀ ਕਦੇ ਖੀਣਤਾ, ਉਦਾਸੀ ਨਹੀਂ ਤੁਹਾਡੇ ਮਨ ਵਿੱਚ ਪੈਦਾ ਹੋਈ। ਭਾਵ ਇਹ 35 ਅੱਖਰਾਂ ਵਾਲੀ ਬਾਣੀ ਨੂੰ, ਤੁਰਕੀ ਬਾਣੀ ਨੂੰ ਪੜ੍ਹਦੇ ਰਹਿੰਦੇ ਹੋ, ਕਦੇ ਤੁਹਾਡਾ ਮਨ ਉਪਰਾਮ ਨਹੀਂ ਹੁੰਦਾ। ਐਸੀ ਤੁਹਾਡੇ 'ਤੇ ਵਾਹਿਗੁਰੂ ਦੀ ਕਿਰਪਾ ਹੈ। ਅਤੇ ਇਸੇ ਪੰਕਤੀ ਦੇ ਅਰਥ ਹੋਰ ਢੰਗ ਦੇ ਨਾਲ ਵੀ ਮਹਾਂਪੁਰਖ ਲਾਉਂਦੇ ਸਨ। 30 ਇੱਕ, 30 ਤੇ 1 31 ਹੋ ਗਏ। ਅਰ ਪੰਜ ਸਿੱਧ, ਪੰਜ ਨਾਲ ਹੋਰ ਸਿੱਧ ਪ੍ਰਾਪਤ ਕਰ ਲਵੋ। ਹੁਣ 31 ਦੇ ਨਾਲ 5 ਹੋਰ ਜੋੜ ਲਵੋ, 36 ਬਣ ਜਾਣਗੇ। 36 ਦੇ ਨਾਲ 35, 35 ਹੋਰ ਜੋੜ ਲਵੋ, 71 ਸਾਲ ਬਣ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਆਏ ਨੇ, ਉਸ ਵੇਲੇ
71 ਸਾਲ ਦੀ ਉਮਰ ਸੀ। ਉਹ ਉਮਰ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਅੱਡ ਅੱਡ ਅੰਕੜੇ ਜੋੜ ਕੇ ਭਾਵ ਬਿਰਧ ਅਵਸਥਾ ਦੇ ਵਿੱਚ ਤੁਸੀਂ ਆ ਕੇ ਗੁਰੂ ਦੀ ਸੇਵਾ ਆਰੰਭ ਕੀਤੀ। ਸੇਵਾ ਵੀ ਉਹ ਮਹਾਨ ਸੇਵਾ, ਅੱਧੀ ਰਾਤੋਂ ਉੱਠ ਕੇ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਪੱਤਨ 'ਤੇ ਜਾਣਾ, ਉੱਥੋਂ ਜਲਦੀ ਗਾਗਰ ਭਰ ਕੇ ਖਡੂਰ ਸਾਹਿਬ ਆਉਣਾ ਅਤੇ ਸਮੇਂ ਨਾਲ ਸਵਾ ਪੈਰ ਦੇ ਤੜਕੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਉਣਾ। ਇਹ ਸੇਵਾ ਕੋਈ ਜਵਾਨ ਵੀ ਨਹੀਂ ਕਰ ਸਕਦਾ। ਜਿਹੜੀ ਸੇਵਾ ਤੁਸਾਂ ਕੀਤੀ ਹੈ, ਗੁਰਮੁਖ ਬੁੱਢੇ ਕਦੇ ਨਹੀਂ। ਜਿਨ੍ਹਾਂ ਅੰਤਰ ਸੁਰਤ ਗਿਆਨ, ਉਹ ਸੇਵਾ ਤੇ ਉਮਰ ਦਾ ਤਕਾਜ਼ਾ ਰੱਖਦਿਆਂ ਹੋਇਆਂ ਜਾਲੋ ਭੱਟ ਜੀ ਕਹਿੰਦੇ ਨੇ, ਤੁਸੀਂ 71 ਸਾਲ ਦੀ, ਜਾਂ ਕਈ ਇਤਿਹਾਸਕਾਰਾਂ ਨੇ 72 ਸਾਲ ਵੀ ਲਿਖਿਆ ਹੈ, ਇੰਨੀ ਵਡੇਰੀ ਉਮਰ ਦੇ ਵਿੱਚ ਆ ਕੇ ਗੁਰੂ ਦੀ ਚਾਹ ਦੇ ਨਾਲ ਸੇਵਾ ਕੀਤੀ। ਨਾ ਖੀਣੋ, ਤੁਹਾਡੇ ਸਰੀਰ ਨੇ ਕਦੇ ਕਮਜ਼ੋਰੀ ਨੂੰ ਮਹਿਸੂਸ ਨਹੀਂ ਕੀਤਾ, ਕਦੇ ਤੁਹਾਡੇ ਮਨ ਦੇ ਵਿੱਚ ਆਲਸ ਨਹੀਂ ਆਈ, ਕਦੇ ਤੁਹਾਡੇ ਸਰੀਰ ਨੇ ਇਹ ਨਹੀਂ ਆਖਿਆ ਮੈਂ ਥੱਕ ਗਿਆ ਹਾਂ। ਵਡੇਰੀ ਉਮਰ ਦੇ ਵਿੱਚ ਵੀ ਤੁਸੀਂ ਬੜੀ ਸ਼ਰਧਾ, ਭਾਵਨਾ, ਪ੍ਰੇਮ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ। ਇਸੇ ਲਈ ਤਾਂ ਆਖਿਆ ਤੇਰੀ ਉਪਮਾ ਤੋਹੇ ਬਣ ਆਵੇ। ਹੁਣ ਆਦਮੀ ਤੇ 60 ਸਾਲ ਤੋਂ ਹੀ ਬੁੱਢਾ ਸਮਝਣ ਲੱਗ ਜਾਂਦਾ, ਪਰ ਤੁਸੀਂ 72 ਸਾਲ ਦੀ ਉਮਰ ਦੇ ਵਿੱਚ ਵੀ, 71-72 ਸਾਲ ਦੀ ਉਮਰ ਦੇ ਵਿੱਚ ਵੀ ਕੋਈ ਪਰਵਾਹ ਨਹੀਂ ਕੀਤੀ, ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ। ਇਹ ਵੀ ਅਰਥ ਮਹਾਂਪੁਰਖ ਕਰਦੇ ਸਨ। ਇਸੇ ਤਰ੍ਹਾਂ ਇੱਕ ਹੋਰ ਵੀ ਅਰਥ ਹੈ, 30 ਏਕਾਰ 5 ਸਿੱਧ। ਮੁਸਲਮਾਨਾਂ ਦੇ 30 ਰੋਜ਼ੇ ਨੇ ਅਤੇ 5 ਨਮਾਜ਼ਾਂ ਪੜ੍ਹਦੇ ਨੇ। 5 ਨਮਾਜ਼ਾਂ ਵਕਤ, 5 ਪੰਜੇ ਨਾਓ। ਉਹਨਾਂ ਵਿੱਚ ਵੀ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਦੀ ਭਾਵਨਾ, ਇਬਾਦਤ ਦਾ ਜਜ਼ਬਾ ਤੱਕਦੇ ਹੋ। 35 ਨਾ ਖੀਣੋ, ਅਤੇ ਜਿਹੜੇ ਹਿੰਦੂ ਧਰਮ ਦੇ 35 ਉਹ ਇਤਿਹਾਸਕ ਦਿਹਾੜੇ ਨੇ, ਭਾਵ ਮੱਸਿਆ, ਪੁੰਨਿਆ, ਸੰਗਰਾਂਦ ਆਦਿਕ, 15 ਥਿੱਤਾਂ, ਮੱਸਿਆ, ਪੁੰਨਿਆ ਆਦਿਕ, ਉਹਨਾਂ ਦੇ ਵਿੱਚ ਵੀ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਅਨੁਭਵ ਕਰਦੇ ਹੋ। ਭਾਵ ਇਸਲਾਮ ਧਰਮ ਦੇ ਮੁਤਾਬਕ 30 ਰੋਜ਼ੇ ਰੱਖਣੇ, 5 ਨਮਾਜ਼ਾਂ ਪੜ੍ਹਨੀਆਂ, ਅਤੇ ਇਹਨੂੰ ਰੱਬ ਦੀ ਇਬਾਦਤ ਸਮਝਦੇ ਨੇ। ਹਿੰਦੂ ਲੋਕ, ਸਨਾਤਨ ਧਰਮ ਦੇ ਪੈਰੋਕਾਰ, ਉਹ 35 ਤਿਉਹਾਰ ਮਨਾਉਂਦੇ ਨੇ, ਅਤੇ ਉਹਨਾਂ ਦੇ ਵਿੱਚ ਵੀ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਅਨੁਭਵ ਕਰਦੇ ਹੋ। ਨਾ ਖੀਣੋ, ਕਿਸੇ ਤੋਂ ਤੁਹਾਡਾ ਮਨ ਉਪਰਾਮ ਨਹੀਂ ਹੁੰਦਾ, ਤੁਸੀਂ ਸਾਰਿਆਂ ਨਾਲ ਹੀ ਪਿਆਰ ਕਰਦੇ ਹੋ। ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਹੇ। ਗੁਰੂ ਘਰ ਦੇ ਵਿੱਚ ਸਾਰਿਆਂ ਦਾ ਹੀ ਬਰਾਬਰ ਦਾ ਸਤਿਕਾਰ ਹੈ। ਇੱਕ ਹੋ ਜੇ ਲੱਖ ਲਖੋ ਅਲਖ ਹੈ, ਇੱਕ ਇੱਕ ਕਰ ਵਰਣਿਓ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਏਕ ਜੇ ਲੱਖ, ਇੱਕ ਵਾਹਿਗੁਰੂ ਪਰਮੇਸ਼ਰ ਤੋਂ ਜਿਹੜਾ ਇਹ ਲੱਖ ਜੀ ਪੈਦਾ ਹੋਇਆ ਹੈ, ਅਤੇ ਫਿਰ ਅੱਗੇ ਹੋਰ ਲੱਖਾਂ ਪੈਦਾ ਹੋਏ ਨੇ, ਅਲਖ ਹੈ। ਇਹਨਾਂ ਕਰਕੇ ਤੁਸੀਂ ਅਲਖ ਹੋ। ਭਾਵ ਇੱਕ ਵਾਹਿਗੁਰੂ ਤੋਂ ਲੱਖਾਂ ਜੀਵ ਪੈਦਾ ਹੋਏ ਨੇ, ਅਤੇ ਲੱਖਾਂ ਬ੍ਰਹਿਮੰਡ ਖੰਡ ਪੈਦਾ ਹੋਏ ਨੇ। ਉਹਨਾਂ ਲੱਖਾਂ ਤੋਂ ਅੱਗੇ ਹੋਰ ਲੱਖਾਂ ਪੈਦਾ ਹੋ ਜਾਂਦੇ ਨੇ, ਪਰ ਤੁਸੀਂ ਇਹਨਾਂ ਸਾਰਿਆਂ ਕਰਕੇ ਅਲਖ ਲਖਣ ਤੋਂ ਪਰੇ ਹੋ। ਇੱਕ ਇੱਕ ਕਰ ਵਰਣਿਓ, ਤੁਸੀਂ ਇੱਕ ਪਹਿਲਾਂ ਸੀ, ਇੱਕੋ ਹੀ ਹੁਣ ਹੈ, ਅਤੇ ਇੱਕ ਅੱਗੇ ਨੂੰ ਹੋਵੇਗਾ। ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਤਿੰਨੇ ਕਾਲਾਂ ਦੇ ਵਿੱਚ, ਭੂਤ ਭਵਿੱਖ ਵਰਤਮਾਨ ਦੇ ਵਿੱਚ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਮਨ, ਬਾਣੀ, ਸਰੀਰ ਕਰਕੇ ਵਰਣਨ ਕੀਤਾ ਹੈ। ਤੁਹਾਡੇ ਮਨ ਦੇ ਵਿੱਚ ਦਵੈਤ ਕਦੇ ਆਈ ਹੀ ਨਹੀਂ ਹੈ। ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਜਾਲਪ ਕਵੀ ਕਹਿ ਰਿਹਾ ਹੈ, ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੂੰ ਇੱਕ ਲੋੜ ਹੈ, ਤੂੰ ਇੱਕ ਨੂੰ ਹੀ ਲੋੜ ਹੈ ਦਾ ਅਰਥ ਚਾਹੁੰਦਾ ਹੈ, ਅਤੇ ਇੱਕ ਨੂੰ ਤੂੰ ਮੰਨਿਆ ਹੈ। ਭਾਵ ਇੱਕ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਤੁਸੀਂ ਹਰ ਦਾਤ ਮੰਗੀ ਹੈ, ਅਤੇ ਉਹਦੇ ਕੋਲੋਂ ਮੰਗਣਾ ਲੋੜਦੇ ਹੋ।
ਤੇ ਇੱਕ ਨੂੰ ਹੀ ਮੰਨਦੇ ਹੋ, ਇੱਕ ਨੂੰ ਪੂਜਦੇ ਹੋ, ਕਿਉਂਕਿ ਗੁਰਮਤਿ ਦਾ ਸਿਧਾਂਤ ਇੱਕ ਨੂੰ ਮੰਨਣ ਪੂਜਣ ਦਾ ਹੈ। ਉਸ ਤੋਂ ਬਿਨਾਂ ਤੁਸੀਂ ਹੋਰ ਕਿਸੇ ਨੂੰ ਨਾ ਮੰਨਿਆ ਹੈ ਤੇ ਨਾ ਹੀ ਕਿਸੇ ਕੋਲੋਂ ਕੁਛ ਮੰਗਿਆ ਹੈ। ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ। ਲਓ ਹੁਣ ਅੱਗੇ ਜਾਲੋ ਭੱਟ ਜੀ ਫੇਰ ਗੁਰੂ ਮਹਾਰਾਜ ਦੀ ਮਹਿਮਾ ਉਚਾਰਨ ਕਰ ਰਹੇ ਹਨ। ਜਿਹੜੀ ਮਤ ਆਤਮ ਵਿਸ਼ੈਣੀ ਬੁੱਧੀ ਗਹੀ ਜੈਦੇਵ ਭਗਤ ਜੀ ਨੇ ਗ੍ਰਹਿਣ ਕੀਤੀ ਤੇ ਜਿਸ ਦੇ ਨਾਲ ਉਹ ਭਗਤੀ ਕਰਕੇ ਵਾਹਿਗੁਰੂ ਦੇ ਦਰ ਪ੍ਰਵਾਨ ਹੋਏ। ਜੇ ਮਤ ਨਾਮੈ ਸਮਾਣੀ, ਵੀ ਜਿਹੜੀ ਮਤ ਸਿਮਰਨ ਵਾਲੀ ਮਤ, ਭਗਤੀ ਵਾਲੀ ਮਤ, ਸਾ ਮਤ ਦੇਹੋ ਦਿਆਲ ਪ੍ਰਜ ਤੁਮਹਿ ਅਰਾਧਾ, ਨਾਮਦੇਵ ਦੇ ਵਿੱਚ ਸਮਾਣੀ ਪ੍ਰਵੇਸ਼ ਹੋਈ, ਉਹਦੇ ਹਿਰਦੇ ਵਿੱਚ ਸਮਾਈ। ਜੇ ਮਤ ਤ੍ਰਿਲੋਚਨ ਚਿਤ, ਭਗਤ ਕੰਬੀਰ ਹੈ ਜਾਣੀ। ਜਿਹੜੀ ਮਤ ਤ੍ਰਿਲੋਚਨ ਭਗਤ ਦੇ ਚਿੱਤ ਵਿੱਚ ਵਸੀ ਸੀ ਤੇ ਜਿਹੜੀ ਮਤ ਕਬੀਰ ਭਗਤ ਜੀ ਨੇ ਜਾਣੀ, ਭਾਵ ਭਗਤੀ ਵਾਲੀ ਆਤਮ ਵਿਸ਼ੈਣੀ ਬੁੱਧੀ ਜਿਹੜੀ ਸਾਰੇ ਭਗਤਾਂ ਨੂੰ ਪ੍ਰਾਪਤ ਹੋਈ। ਰੁਕ ਮਾਂਦਕ ਕਰਤੂਤ, ਰਾਮ ਜੰਪਹੁ ਨਿਤ ਭਾਈ। ਰੁਕ ਮਾਂਗਤ ਕਰਤੂਤ, ਰੁਕ ਮਾਂਗਤ ਇੱਕ ਧਰਮੀ ਰਾਜਾ ਹੋਇਆ। ਕਰਤੂਤ ਉਹਦੀ ਬੜੀ ਸੁੰਦਰ ਕਰਨੀ ਸੀ। ਰੁਕ ਮਾਂਗਤ ਦੀ ਕਰਤੂਤ ਉਹਦੇ ਜੀਵਨ ਦੀ ਕਰਨੀ ਬੜੀ ਮਹਾਨ ਸੀ। ਰਾਮ ਜਪੋ ਨਿਤ ਭਾਈ, ਉਹ ਆਪ ਵੀ ਵਾਹਿਗੁਰੂ ਦਾ ਨਾਮ ਜਪਦਾ ਸੀ ਤੇ ਦੂਜਿਆਂ ਨੂੰ ਵੀ ਇਹ ਉਪਦੇਸ਼ ਦਿੰਦਾ ਸੀ, ਭਾਈ ਸਾਰੇ ਵਾਹਿਗੁਰੂ ਦਾ ਨਾਮ ਜਪਿਆ ਕਰੋ। ਅੰਬਰੀਕ ਪ੍ਰਹਿਲਾਦ, ਸਾਰਣ ਗੋਬਿੰਦ ਗਤ ਪਾਈ। ਅੰਬਰੀਕ ਰਾਜਾ ਹੋਇਆ, ਇਹ ਵੀ ਭਗਤ ਸੀ ਤੇ ਪ੍ਰਹਿਲਾਦ ਇਹ ਵੀ ਭਗਤ ਸੀ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਹਰਨਾਖਸ਼ ਦਾ ਪੁੱਤਰ ਸੀ, ਇਹ ਵੀ ਭਗਤ ਸੀ। ਸ਼ਰਨ ਗੋਬਿੰਦ ਗਤ ਪਾਈ, ਇਹਨਾਂ ਨੇ ਵੀ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਵਾਹਿਗੁਰੂ ਦੀ ਅਗਮ ਅਗਾਧ ਗਤੀ ਨੂੰ ਪਾਈ ਪ੍ਰਾਪਤ ਕੀਤਾ। ਅੰਬਰੀਕ ਤੇ ਪ੍ਰਹਿਲਾਦ ਭਗਤ ਨੇ ਵੀ ਭਗਤੀ ਦੀ ਗਤੀ ਨੂੰ, ਭਗਤੀ ਦੀ ਮਹਿਮਾ ਨੂੰ ਸਮਝਿਆ। ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੁਮਤ ਜਲ ਜਾਣੀ ਜੁਗਤ। ਲੋ ਅੱਗੇ ਭਗਤ ਜੀ ਫਰਮਾਉਂਦੇ ਨੇ, ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ। ਹੁਣ ਜਲ ਭਗਤ ਜੀ ਦਾ ਸਵਈਆ ਹੈ, ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਲੋਭ ਤੇ ਕ੍ਰੋਧ ਤੇ ਤ੍ਰਿਸ਼ਨਾ ਨੂੰ ਤਿਆਗ ਦਿੱਤਾ। ਸਮਤ ਜਲ ਜਾਣੀ ਜੁਗਤ। ਜਲ ਭੱਟ ਜੀ ਕਹਿੰਦੇ ਨੇ ਵੀ ਜਿਹੜੀ ਸ੍ਰੇਸ਼ਟ ਮਤ ਦੀ ਜੁਗਤੀ ਸੀ ਉਹਨੂੰ ਤੁਸੀਂ ਜਾਣਨਾ ਕੀਤਾ। ਉਹ ਮਤ ਜਿਹੜੀ ਭਗਤਾਂ ਨੇ ਪ੍ਰਾਪਤ ਕੀਤੀ, ਆਤਮ ਵਿਸ਼ੈਣੀ ਬੁੱਧੀ, ਜਿਸ ਦੁਆਰਾ ਭਗਤੀ ਕਰਕੇ ਭਗਤ ਵਾਹਿਗੁਰੂ ਪਰਮੇਸ਼ਰ ਨੂੰ ਮਿਲੇ। ਤੁਸੀਂ ਵੀ ਉਸ ਮਤ ਦੀ ਜੁਗਤ ਨੂੰ ਜਾਣਿਆ ਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਲੋਭ ਕ੍ਰੋਧ ਤ੍ਰਿਸ਼ਨਾ ਦਾ ਤਿਆਗ ਕੀਤਾ। ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਪਾਵੋ ਮੁਕਤ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਜ ਭਗਤ ਹੈ। ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਭਗਤ ਨੇ, ਕਿਸੇ ਹੋਰ ਦੇਵੀ ਦੇਵਤੇ ਦੇ ਨਹੀਂ, ਕਿਸੇ ਹੋਰ ਪਖੰਡੀ ਦੇ ਚੇਲੇ ਨਹੀਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਭਗਤ ਨੇ। ਦੇਖ ਦਰਸ ਪਾਵੋ ਮੁਕਤ, ਵੀ ਮੈਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਹਾਂ, ਕਿਉਂਕਿ ਮੈਨੂੰ ਵਿਸ਼ਵਾਸ ਹੈ ਵੀ ਜਿਹੜਾ ਗੁਰੂ ਮਹਾਰਾਜ ਦੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰ ਲਵੇ, ਪਾਵੋ ਮੁਕਤ, ਉਹ ਮੁਕਤੀ ਪ੍ਰਾਪਤ ਕਰ ਲੈਂਦਾ ਤੇ ਮੈਂ ਵੀ ਮੁਕਤੀ ਪ੍ਰਾਪਤ ਕਰ ਲਵਾਂਗਾ। ਕਿਉਂ? ਇਹ ਸਤਿਗੁਰੂ ਦੀ ਮਹਿਮਾ ਹੈ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਆਪ ਧੰਨ ਹੋ, ਤੁਸੀਂ ਪਰਮੇਸ਼ਰ ਦਾ ਸਾਖਿਆਤ ਸਰੂਪ ਹੋ। ਮੈਂ ਆਪ ਜੀ ਦੇ ਦਰਸ਼ਨ ਕਰਕੇ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਵਾਂਗਾ। ਗੁਰ ਅਮਰਦਾਸ ਪਰਸੀਐ, ਪਹੁਮ ਪਾਤਕ ਬਿਨਾਸ ਹੈ। ਲੋ ਹੁਣ ਫੇਰ ਅੱਗੇ ਜਾਲੋ ਭੱਟ ਜੀ ਦਾ ਸਵਈਆ ਹੀ ਆ ਰਿਹਾ, ਵਿੱਚ ਜਲ ਜੀ ਦਾ ਆ ਗਿਆ। ਗੁਰ ਅਮਰਦਾਸ ਪਰਸੀਐ,
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸਨ ਦੇ ਨਾਲ ਪਹੁਮ ਪਾਤਕ ਬਨਾਸੈ। ਪਹੁਮ ਦਾ ਅਰਥ ਹੈ ਧਰਤੀ। ਧਰਤੀ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ। ਜਿੱਥੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਪੈ ਗਏ ਉਹ ਸਾਰੇ ਧਰਤੀ ਦੇ ਪਾਪ ਨਾਸ ਹੋ ਗਏ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠ ਖਡੂਰ ਜੋਤ ਜਗਾਈ, ਖਡੂਰ ਸਾਹਿਬ ਦੇ ਵਿੱਚ ਗਿਆਨ ਦੀ ਜੋਤ ਜਗਾ ਰਹੇ ਸਨ, ਤਾਂ ਉਸ ਵੇਲੇ ਗੋਂਦਾ ਖੱਤਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਸ ਆਇਆ ਤੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਿਆਸ ਦਰਿਆ ਦੇ ਪਤਨ ਤੇ ਥੋੜ੍ਹੀ ਦੂਰ ਖਡੂਰ ਸਾਹਿਬ ਤੋਂ ਇੱਕ ਜ਼ਮੀਨ ਹੈ ਤੇ ਮੈਂ ਉੱਥੇ ਨਗਰ ਵਸਾਉਣਾ ਚਾਹੁੰਦਾ ਆਪਣੇ ਨਾਮ ਤੇ, ਕਿਉਂਕਿ ਇਸਦਾ ਨਾਮ ਗੋਂਦਾ ਸੀ, ਤੇ ਮੈਂ ਆਪਣੇ ਨਾਮ ਤੇ ਨਗਰ ਵਸਾਉਣਾ ਚਾਹੁੰਦਾ, ਪਰ ਉੱਥੇ ਨਗਰ ਨਹੀਂ ਵਸਦਾ। ਸਤਿਗੁਰੂ ਕਹਿੰਦੇ ਕੀ ਕਾਰਨ? ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਕੋਲੇ ਝੂਠ ਨਹੀਂ ਬੋਲਦਾ, ਇਹ ਜਿਹੜੀ ਜ਼ਮੀਨ ਸੀ ਇਹ ਹੈ ਤੇ ਕਿਸੇ ਦੀ ਹੋਰ ਦੀ ਸੀ। ਮੈਂ ਝੂਠੀ ਕਸਮ ਖਾ ਕੇ ਝੂਠਾ ਨੇਮ ਚੁੱਕ ਕੇ ਤੇ ਇਹ ਜ਼ਮੀਨ ਮੈਂ ਆਪਣੀ ਮਲਕੀਅਤ ਬਣਾ ਲਈ ਹੈ। ਕਈ ਲੋਕ ਝੂਠ ਬੋਲ ਕੇ ਝੂਠੇ ਗਵਾਹ ਖੜੇ ਕਰਕੇ ਕਿਸੇ ਦੀਆਂ ਜ਼ਮੀਨਾਂ ਤੇ ਪਲਾਟਾਂ ਤੇ ਕਬਜ਼ਾ ਹੁਣ ਵੀ ਕਰਦੇ ਫਿਰਦੇ ਨੇ। ਇਹ ਪਹਿਲਾਂ ਤੋਂ ਲਾਲਚ ਤੁਰਿਆ ਆਉਂਦਾ ਹੈ। ਹੁਣ ਭਾਈ ਗੋਂਦੇ ਨੇ ਸੱਚ ਦੱਸਿਆ, ਕਹਿਣ ਲੱਗਾ, ਮਹਾਰਾਜ ਜ਼ਮੀਨ ਦੀ ਮਾਲਕੀ ਕਿਸੇ ਹੋਰ ਦੀ ਸੀ, ਮੈਂ ਝੂਠਾ ਨੇਮ ਚੁੱਕ ਕੇ ਤੇ ਉਹ ਜ਼ਮੀਨ ਤਾਂ ਮੈਂ ਆਪਣੀ ਕਬਜ਼ੇ ਵਿੱਚ ਲੈ ਲਈ ਹੈ, ਪਰ ਹੁਣ ਮੈਂ ਜਦੋਂ ਉੱਥੇ ਨਗਰ ਵਸਾਉਣਾ ਹਾਂ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੋ ਗਿਆ, ਉਹ ਵਸਣ ਨਹੀਂ ਦਿੰਦੇ। ਜਦੋਂ ਵੀ ਮੈਂ ਕੋਈ ਘਰ ਬਣਾਉਣਾ ਹਾਂ ਤੇ ਉਹ ਢਾਹ ਦਿੰਦੇ ਨੇ। ਇਸ ਲਈ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੇ ਕਿਰਪਾ ਕਰੋ ਤੁਸੀਂ ਉਹ ਨਗਰ ਆਬਾਦ ਕਰੋ। ਤੇ ਮੈਂ ਬੇਨਤੀ ਕਰਾਂਗਾ, ਉਹ ਨਗਰ ਗੁਰੂ ਕੀ ਨਗਰੀ ਦੇ ਵਿੱਚ ਤਬਦੀਲ ਹੋਵੇਗਾ, ਉੱਥੇ ਸਿੱਖੀ ਦਾ ਕੇਂਦਰ ਬਣੇਗਾ, ਗੁਰਦੁਆਰਾ ਬਣੇਗਾ, ਤੇ ਮੈਂ ਚਾਹੁੰਦਾ ਹਾਂ ਤੁਸੀਂ ਉੱਥੇ ਕਿਰਪਾ ਕਰੋ ਨਗਰ ਆਬਾਦ ਕਰ ਦਿਓ। ਤਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜਾਨਸ਼ੀਨ ਜੋ ਉਸ ਵੇਲੇ ਸੇਵਾ ਕਰ ਰਹੇ ਸਨ, ਬਾਬਾ ਅਮਰਦਾਸ ਜੀ, ਜਿਹੜੇ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਣੇ, ਉਹ ਸੇਵਾ ਕਰ ਰਹੇ ਸਨ, ਉਹਨਾਂ ਨੂੰ ਬੁਲਾਇਆ। ਕੋੜਮ ਲੱਗਦੇ ਸਨ। ਕਿਉਂ? ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਪੁੱਤਰੀ ਬੀਬੀ ਅਮਰੋ ਇਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੋੜਮ ਸਨ, ਤੇ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਤੁਸੀਂ ਭਾਈ ਗੋਂਦੇ ਨਾਲ ਜਾਓ, ਜਿੱਥੇ ਨਗਰ ਕਹਿੰਦਾ ਜਾ ਕੇ ਨਗਰ ਵਸਾਓ, ਇਹ ਤੁਹਾਡੀ ਡਿਊਟੀ ਹੈ। ਇਹ ਹੁਣ ਗੁਰੂ ਦੇ ਨਾਮ ਤੇ ਨਗਰ ਵਸੇਗਾ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਮਹਾਰਾਜ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਤੇ ਮੈਂ ਉੱਥੇ ਜਾ ਕੇ ਕੀ ਕਰਾਂਗਾ? ਕਿਰਪਾ ਕਰੋ ਮੈਨੂੰ ਇਹੋ ਜਿਹੀ ਭਗਤੀ ਸ਼ਕਤੀ ਬਖਸ਼ੋ, ਮੇਰੇ ਤੇ ਉਹਨਾਂ ਦਾ ਕੋਈ ਅਸਰ ਨਾ ਹੋਵੇ। ਤਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਵਿੱਚੋਂ ਇੱਕ ਛੜੀ ਪਕੜੀ ਹੋਈ ਸੀ, ਉਹ ਦਿੱਤੀ। ਕਹਿਣ ਲੱਗੇ, ਉਹ ਸਾਡੇ ਹੱਥ ਦੀ ਛੜੀ ਲੈ ਜਾਓ, ਜਿੱਥੇ ਤੱਕ ਤੁਸੀਂ ਪਿੰਡ ਵਸਾਉਣਾ ਹੈ, ਇਸ ਛੜੀ ਦੇ ਨਾਲ ਉਹਦੇ ਆਲੇ ਦੁਆਲੇ ਲਾਈਨ ਖਿੱਚ ਦਿਓ, ਲਕੀਰ ਖਿੱਚ ਦਿਓ, ਉਸ ਨਗਰ ਦੀ ਹੱਦ ਮਿੱਥ ਲੈਣੀ। ਤੇ ਇਹ ਜਦੋਂ ਬਚਨ ਕੀਤਾ, ਬਾਬਾ ਅਮਰਦਾਸ ਜੀ ਭਾਈ ਗੋਂਦੇ ਨਾਲ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਵਾਲੇ ਥਾਂ ਤੇ ਪਹੁੰਚ ਗਏ। ਤੇ ਜਦੋਂ ਭੂਤਾਂ ਪ੍ਰੇਤਾਂ ਨੇ ਦੇਖਿਆ ਵੀ ਬਾਬਾ ਅਮਰਦਾਸ ਜੀ ਆ ਗਏ ਨੇ, ਉਹਨਾਂ ਦਾ ਤੇਜ ਨਾ ਝੱਲਿਆ ਜਾਵੇ, ਆਪਣੇ ਆਪ ਹੀ ਭੂਤ ਪ੍ਰੇਤ ਸਾਰੇ ਉਸ ਜਗ੍ਹਾ ਨੂੰ ਛੱਡ ਕੇ ਦੌੜ ਗਏ। ਕਿਉਂ?
ਜਿੱਥੇ ਰੱਬ ਦੇ ਪਿਆਰੇ, ਰੱਬ ਦੇ ਭਗਤ ਆ ਜਾਂਦੇ ਨੇ, ਫਿਰ ਇਹ ਜਿਹੜੇ ਭੂਤ ਪ੍ਰੇਤ ਨੇ ਇਹ ਸਾਰੇ ਉੱਥੋਂ ਡਰਦੇ ਮਾਰੇ ਭੱਜ ਜਾਂਦੇ ਨੇ। ਅਤੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਕਤੀ ਵੀ, ਬਖਸ਼ਿਸ਼ ਵੀ ਕੰਮ ਕਰ ਰਹੀ ਸੀ। ਅਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਗੋਇੰਦਵਾਲ ਸਾਹਿਬ ਨਗਰ ਆਬਾਦ ਕੀਤਾ। ਗੋਂਦੇ ਦਾ ਨਾਮ ਸੀ ਅਤੇ ਉਹਦੇ ਨਾਮ 'ਤੇ ਇਹ ਵਸਾਉਣਾ ਚਾਹੁੰਦਾ ਸੀ, ਪਰ ਗੁਰੂ ਮਹਾਰਾਜ ਨੇ ਗੋਬਿੰਦਵਾਲ, ਗੋਬਿੰਦ ਪਰਮੇਸ਼ਰ ਦਾ ਨਾਮ ਹੈ, ਗੋਂਦਾ ਇਹਦਾ ਨਾਮ ਸੀ, ਪਰ ਉਸ ਗੋਂਦੇ ਦੇ ਨਾਂ ਤੋਂ ਹਟਾ ਕੇ ਗੋਬਿੰਦਵਾਲ ਪਰਮੇਸ਼ਰ ਦੇ ਨਾਮ 'ਤੇ ਨਗਰ ਆਬਾਦ ਕੀਤਾ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਹ ਭੱਟਾਂ ਨੇ ਅੱਗੇ ਹਵਾਲਾ ਵੀ ਦਿੱਤਾ ਹੈ। ਹੁਣ ਉਹ ਨਗਰ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ ਸੀ। ਇਸੇ ਲਈ ਜਾਲੋ ਭੱਟ ਜੀ ਕਹਿੰਦੇ ਨੇ, ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਤੁਹਾਡੇ ਚਰਨਾਂ ਦੀ ਛੋਹ ਪ੍ਰਾਪਤ ਹੋ ਜਾਂਦੀ ਹੈ, ਧਰਤੀ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਵੀ ਗੁਰਸਿੱਖ ਮਾਈ ਭਾਈ ਆਪ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਸਿੱਧ ਸਾਧਕ ਆਸਾਸ ਹੈ। ਸਿੱਧ ਜਿਹੜੇ ਪੁੱਗੇ ਹੋਏ ਯੋਗੀ ਨੇ, ਸਾਧਕ ਜਿਹੜੇ ਸਾਧਨ ਕਰ ਰਹੇ ਨੇ, ਆਸਾਸ ਹੈ, ਉਹ ਸਾਰੇ ਹੀ ਚਾਹੁੰਦੇ ਨੇ ਆਪ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨੀ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਹੈ, ਧਿਆਨ ਲਈਐ, ਉਹਨੂੰ ਵਾਹਿਗੁਰੂ ਦਾ ਧਿਆਨ ਪ੍ਰਾਪਤ ਹੋ ਜਾਂਦਾ ਹੈ। ਉਹਦੇ ਅੰਦਰ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ। ਪਉ ਮੁੱਕੇ ਹੈ, ਅਤੇ ਪਉ ਦਾ ਅਰਥ ਹੈ ਉਸ ਦੇ ਸਾਰੇ ਪੈਂਡੇ ਮੁੱਕ ਜਾਂਦੇ ਨੇ। ਇਹ ਬਹੁਤੇ ਟੀਕਾਕਾਰਾਂ ਨੇ ਇਹੀ ਅਰਥ ਕੀਤਾ ਹੈ ਵੀ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਹੋ ਜਾਂਦੀ ਹੈ ਅਤੇ ਧਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਪਉ ਮੁੱਕੇ, ਜਿਹੜੇ 84 ਦੇ ਪਉ ਦਾ ਅਰਥ ਹੈ ਪੈਂਡੇ, ਉਹ ਮੁੱਕ ਜਾਂਦੇ ਨੇ। ਅਥਵਾ ਦੂਜਾ ਅਰਥ ਮਹਾਂਪੁਰਖਾਂ ਨੇ ਇਹ ਵੀ ਕੀਤਾ, ਪਉ ਮੁੱਕੇ ਹੈ। ਮੁੱਕੇ ਦਾ ਅਰਥ ਹੈ ਮੁਕਤੀ। 4 ਬੈਕੁੰਠ ਦੀਆਂ ਮੁਕਤੀਆਂ ਨੇ, ਸਾਰੂਪ, ਸਾਮੀਪ, ਸਾਰੂਪ, ਸਾਯੁਜ ਅਤੇ ਸਮੀਪ ਮੁਕਤੀ। ਸਲੋਕ, ਸਾਮੀਪ, ਸਾਰੂਪ, ਸਾਯੁਜ, ਇਹ 4 ਬੈਕੁੰਠ ਦੀਆਂ ਮੁਕਤੀਆਂ ਨੇ। ਕੈਵਲ ਮੁਕਤੀ ਇਸ ਤੋਂ ਵੱਖਰੀ ਹੈ। ਲਓ, ਕਵੀ ਜੀ ਕਹਿੰਦੇ ਨੇ ਵੀ ਜਿਹੜਾ ਮਨੁੱਖ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਹੀ ਲੱਗ ਜਾਂਦਾ ਹੈ, ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਹੈ, ਉਹਨੂੰ ਧਿਆਨ ਪ੍ਰਾਪਤ ਹੁੰਦਾ ਹੈ ਅਤੇ ਉਹਨੂੰ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ। ਗੁਰ ਅਮਰਦਾਸ ਪਰਸੀਐ ਅਭਉ ਲਪੈ ਗਉ ਚੁੱਕਹਿ। ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਅਮਰਦਾਸ ਮਹਾਰਾਜ ਨੂੰ ਪਰਸ ਲੈਂਦਾ ਹੈ, ਉਹਨਾਂ ਦੇ ਚਰਨਾਂ ਦੀ ਛੋਹ ਪਾਰਸ ਕਲਾ ਹਾਸਲ ਕਰ ਲੈਂਦਾ ਹੈ, ਅਭਉ ਲੱਭੈ, ਉਹਨੂੰ ਨਿਰਭੈ ਪਦਵੀ ਪ੍ਰਾਪਤ ਹੋ ਜਾਂਦੀ ਹੈ। ਗਉ ਚੁੱਕੇ ਹੈ, ਅਤੇ ਗਉ ਦਾ ਅਰਥ ਹੈ ਆਵਾਗਮਨ। ਚੁੱਕੇ ਹੈ, ਉਹਦਾ ਚੁੱਕਿਆ ਜਾਂਦਾ, ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ। ਇੱਕ ਬਿਨ ਦੋ ਗਣ ਜੋ ਤੋ ਰਹੈ, ਜਾਸ ਮੰਤਰ ਮਾਨਵੈ ਲਹੈ। ਲੋ ਜਾਲੋ ਭੱਟ ਜੀ ਕਹਿੰਦੇ ਨੇ, ਇੱਕ ਬਿਨ ਦੋ ਗਣ ਜੋ ਤੋ ਰਹੈ। ਤੁਹਾਡੀ ਕਿਰਪਾ ਦੇ ਨਾਲ ਇੱਕ ਬਿਨ, ਜਿਹੜਾ ਇੱਕ ਨੂੰ ਬਿਨ ਦਾ ਅਰਥ ਹੈ ਦੇਖ ਲੈਂਦਾ ਹੈ। ਫਾਰਸੀ ਵਿੱਚ ਬੀਨ ਦਾ ਅਰਥ ਹੁੰਦਾ ਦੇਖਣਾ। ਕਾਵ ਰਚਨਾ ਦੇ ਵਿੱਚ ਬੀਨ ਦੀ ਥਾਂ 'ਤੇ ਬਿਨ ਸ਼ਬਦ ਆਇਆ ਹੈ। ਇੱਕ ਬਿਨ, ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਦੇਖਿਆ ਹੈ, ਅਤੇ ਜਿਹੜਾ ਤੁਹਾਡੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਹੈ। ਜਾ ਸਮੰਤਰ ਮਾਨਵਲ ਹੈ, ਜਿਹੜਾ ਤੁਹਾਡਾ ਸ੍ਰੇਸ਼ਟ ਮੰਤਰ ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਕੋਈ। ਮੂਲ ਮੰਤਰ, ਦੀਖਿਆ ਮੰਤਰ ਲਹਿ ਪ੍ਰਾਪਤ ਕਰ ਲੈਂਦਾ ਹੈ, ਅਤੇ ਫਿਰ ਉਹ ਦੁਗਣ ਜੋ ਤੋ ਰਹਿ, ਜਿਹੜੀ ਦੁਗਣ ਦਾ ਭਾਵ ਹੈ ਦਵੈਤ ਦੀ ਗਿਣਤੀ ਹੈ, ਉਸ ਤੋਂ ਰਹਿਤ ਹੋ ਜਾਂਦਾ ਹੈ, ਅਤੇ ਇੱਕ ਬਿਨ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਦੇਖ ਲੈਂਦਾ ਆਪਣੀਆਂ ਅੰਦਰਲੀਆਂ ਅੱਖਾਂ ਦੇ ਨਾਲ, ਪ੍ਰੋਖ ਅਪਰੋਕਸ਼ ਗਿਆਨ ਰੂਪੀ ਨੇਤਰਾਂ ਦੇ ਨਾਲ। ਇੱਕ ਬਿਨ ਉਹ ਇੱਕ ਵਾਹਿਗੁਰੂ ਨੂੰ ਦੇਖ ਲੈਂਦਾ ਹੈ, ਅਤੇ ਜਿਹੜੀ ਦਵੈਤ ਦੀ ਗਿਣਤੀ ਉਸ ਦੀ ਮੁੱਕ ਜਾਂਦੀ ਹੈ।
ਜਿਹੜਾ ਆਪ ਜੀ ਦੇ ਸ੍ਰੇਸ਼ਟ ਮੰਤਰ ਨੂੰ ਗ੍ਰਹਿਣ ਕਰ ਲੈਂਦਾ ਹੈ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ। ਜਾਲੋ ਪਟ ਜੀ ਕਹਿੰਦੇ ਨੇ ਇੰਨੇ ਪਦਾਰਥ ਉਹਨੂੰ ਮਿਲਦੇ ਨੇ ਗੁਰੂ ਅਮਰਦਾਸ ਡਿਠੈ ਮਿਲੇ। ਜਿਹੜਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲੈਂਦਾ ਹੈ ਤੇ ਉਹਨੂੰ ਇੰਨੇ ਪਦਾਰਥ ਬਹੁਤੇ ਪਦਾਰਥ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ। ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ। ਲਓ ਹੁਣ ਅੱਗੇ ਜਿਹੜਾ ਆਪਣੇ ਸਵਈਏ ਆ ਰਹੇ ਨੇ, ਕੀਰਤ ਪਟ ਜੀ ਦੇ ਅੱਗੇ ਸਵਈਏ ਆਰੰਭ ਹੋਣ ਲੱਗੇ। ਸੱਚ ਨਾਮ ਕਰਤਾਰ, ਉਸ ਕਰਤਾਰ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ। ਕੀਰਤਮ ਨਾਮ ਕਥੇ ਤਿਰ ਜਿਹਬਾ, ਸਤ ਨਾਮ ਤੇਰਾ ਪਰਾਪੂਰਬਲਾ। ਜਿਹੜਾ ਸੱਚਾ ਨਾਮ ਹੈ ਸੋ ਦ੍ਰਿੜ ਨਾਨਕ ਸੰਗ ਰਹਿਓ। ਸੋ ਭਲੀ ਪ੍ਰਕਾਰ ਦ੍ਰਿੜ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸੰਗ੍ਰਹਿਓ ਆਪਣੇ ਹਿਰਦੇ ਵਿੱਚ ਸੰਗ੍ਰਹਿ ਕੀਤਾ। ਉਸ ਕਰਤਾਰ ਦਾ ਸੱਚਾ ਨਾਮ ਚੰਗੀ ਤਰ੍ਹਾਂ ਦ੍ਰਿੜ ਨਿਸ਼ਚੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਦਰ ਉਸ ਨੂੰ ਵਸਾਇਆ ਤੇ ਉਸ ਨੂੰ ਦ੍ਰਿੜ ਕੀਤਾ। ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਵ ਰਹਿਓ। ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਅੱਗੇ ਭਾਈ ਲਹਿਣਾ ਗੁਰੂ ਅੰਗਦ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਤਾਤੇ ਅੰਗਦ ਲਹਿਣਾ ਪ੍ਰਗਟ। ਗੁਰੂ ਅੰਗਦ ਦੇ ਮਹਾਰਾਜ ਦਾ ਪਹਿਲਾ ਨਾਮ ਲਹਿਣਾ ਸੀ ਨਾ, ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ ਭਾਈ ਲਹਿਣਿਆ ਤੂੰ ਲੈਣਾ ਤੇ ਅਸਾਂ ਤੈਨੂੰ ਦੇਣਾ ਹੈ। ਤਾਂ ਤੇ ਅੰਗਦ ਲਹਿਣਾ ਪ੍ਰਗਟ। ਉਸ ਗੁਰੂ ਨਾਨਕ ਸਾਹਿਬ ਜੀ ਤੋਂ ਭਾਈ ਲਹਿਣਾ ਗੁਰੂ ਅੰਗਦ ਦੇਵ ਰੂਪ ਦੇ ਵਿੱਚ ਪ੍ਰਗਟ ਹੋ ਗਏ। ਤਾਸ ਚਰਨ ਲਿਵ ਰਹਿਓ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਿਆ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ। ਉਸੇ ਗੁਰੂ ਕੁਲ ਦੇ ਵਿੱਚ, ਇਹ ਗੁਰੂ ਦੀ ਨਾਦੀ ਕੁਲ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੁੰਦੇ ਨੇ। ਆਸਾ ਨਿਵਾਸ, ਜੋ ਸਾਰੀਆਂ ਆਸਾਂ ਨੂੰ ਨਿਵਾਸ ਵਿਰਾਮ ਦੇਣ ਵਾਲੇ ਸਨ, ਭਾਵ ਸਭ ਆਸਾਂ ਨੂੰ ਪੂਰੀਆਂ ਕਰਨ ਵਾਲੇ। ਤਾਸ ਗੁਣ ਕਵਨ ਵਖਾਣੋ, ਮੈਂ ਉਸ ਗੁਰੂ ਅਮਰਦਾਸ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਕਿਹੜੇ ਕਿਹੜੇ ਗੁਣਾਂ ਨੂੰ ਉਚਾਰਨ ਕਰਾਂ, ਤੇ ਉਹਨਾਂ ਦੇ ਗੁਣ ਉਚਾਰਨ ਨਹੀਂ ਕੀਤੇ ਜਾ ਸਕਦੇ। ਅਥਵਾ ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ। ਆਸਾ ਨਿਵਾਸ ਦਾ ਅਰਥ ਇਉਂ ਵੀ ਮਹਾਂਪੁਰਖਾਂ ਨੇ ਕੀਤਾ ਹੈ ਵੀ ਆਸਾ ਤੋਂ ਨਿਵਾਸ, ਨਿਰਵਾਸ਼ ਹੋ ਕੇ, ਭਾਵ ਆਸਾ ਦਾ ਤਿਆਗ ਕਰਕੇ ਉਸੇ ਗੁਰੂ ਦੀ ਨਾਦੀ ਕੁਲ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ, ਭਾਵ ਗੁਰੂ ਨਾਨਕ ਸਾਹਿਬ ਦੇ ਪੋਤੇ ਬਣੇ ਨਾਦੀ ਕੁਲ ਵਿੱਚ। ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਧਰਮ ਪਿਤਾ, ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੁਲ ਦੇ ਪੋਤਰੇ ਬਣੇ, ਪੋਤਾ ਪ੍ਰਵਾਨ ਹੋਇਆ। ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ। ਆਸਾ ਤੋਂ ਨਿਰਵਾਸ਼, ਆਸਾ ਤੋਂ ਰਹਿਤ ਰਹਿਣ ਵਾਲੇ ਗੁਰੂ ਅਮਰਦਾਸ ਉਸ ਗੁਰੂ ਦੀ ਨਾਦੀ ਕੁਲ ਵਿੱਚ ਪੋਤਰੇ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਉਹਨਾਂ ਦੇ ਗੁਣ ਬੇਅੰਤ ਨੇ, ਮੈਂ ਕਿਹੜੇ ਕਿਹੜੇ ਗੁਣਾਂ ਨੂੰ ਉਚਾਰਨ ਕਰਾਂ। ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣੋ। ਜਿਹੜੇ ਗੁਣ ਅਲਖ ਲਖਣ ਤੋਂ ਰਹਿਤ ਨੇ ਤੇ ਅਗੰਮ ਗਮਤਾ ਤੋਂ ਪਰੇ ਨੇ, ਤਿਨਹਿ ਗੁਣ ਅੰਤ ਨਾ ਜਾਣੋ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਇਹਦਾ ਮਤਲਬ ਇਹ ਹੈ ਜਿੰਨੇ ਗੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਮੌਜੂਦ ਨੇ, ਜਿੰਨੇ ਰੱਬੀ ਗੁਣ ਨੇ, ਜਿੰਨੇ ਸਿੱਖੀ ਦੇ ਗੁਣ ਨੇ, ਜਿੰਨੇ ਧਰਮ ਦੇ ਗੁਣ ਨੇ, ਉਹ ਸਾਰੇ ਦੇ ਸਾਰੇ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਬਿਰਾਜਮਾਨ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਬੋਹਿਥੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਦਰਣ। ਲੋ ਕਵੀ ਜੀ ਫਰਮਾਉਂਦੇ ਨੇ ਬੋਹਿਥੋ ਵਿਧਾਤਾ ਨਿਰਮਯੋ। ਵਿਧਾਤਾ ਕਰਮ ਫਲ ਪ੍ਰਦਾਤਾ ਅਕਾਲ ਪੁਰਖ ਹੈ। ਜੋ ਜੀਵ ਕਰਮ ਕਰਦੇ ਨੇ ਉਹਨਾਂ ਕਰਮਾਂ ਅਨੁਸਾਰ ਫਲ ਵਾਹਿਗੁਰੂ ਸਾਰੇ ਜੀਵਾਂ ਨੂੰ ਭੁਗਤਾਉਂਦਾ ਹੈ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜਹਾਜ਼ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਨਿਰਮਯੋ ਪੈਦਾ ਕੀਤਾ।
ਬਣਾਇਆ। ਉਸ ਅਕਾਲ ਪੁਰਖ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਜਹਾਜ਼ ਦੇ ਰੂਪ ਦੇ ਵਿੱਚ ਰਚਨਾ ਕੀਤਾ। ਸਭ ਸੰਗਤ ਕੁਲ ਉਦਰਨ, ਸਾਰੀ ਸੰਗਤ ਤੇ ਸਾਰੀਆਂ ਕੁਲਾਂ ਦਾ ਉਧਾਰ ਕਰਨ ਵਾਸਤੇ ਉਸ ਵਾਹਿਗੁਰੂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਜਹਾਜ਼ ਦੀ ਤਰ੍ਹਾਂ ਪੈਦਾ ਕੀਤਾ। ਗੁਰ ਅਮਰਦਾਸ ਕੀਰਤ ਕਹੈ, ਤਰਾਹੇ ਤਰਾਹੇ ਤੋ ਪਾ ਸਰਣ। ਕੀਰਤ ਪਾਠ ਕਹਿ ਰਿਹਾ ਹੈ, ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤਰਾਹੇ ਤਰਾਹੇ ਤੋ ਪਾ ਸਰਨ, ਮੈਂ ਤੁਹਾਡੇ ਪਾਪ ਪੈਰਾਂ ਦੀ ਸ਼ਰਨ ਪਿਆ ਹਾਂ ਤੇ ਤਰਾਹੇ ਤਰਾਹੇ ਰੱਖ ਲਓ, ਮੈਨੂੰ ਬਚਾ ਲਓ। ਇਸ ਦੁਨੀਆ ਦੇ ਜਿਹੜੇ ਦੁੱਖ ਨੇ ਇਹਨਾਂ ਤੋਂ ਵੀ ਬਚਾ ਲਓ ਤੇ ਜਿਹੜੇ ਜਮਾਂ ਦੇ ਦੁੱਖ ਨੇ ਉਹਨਾਂ ਤੋਂ ਵੀ ਮੈਨੂੰ ਬਚਾ ਲਵੋ। ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਇਉਂ ਕੀਰਤ ਭੱਟ ਜੀ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਸਵਈਏ ਦੇ ਵਿੱਚ ਮਹਿਮਾ ਉਚਾਰਨ ਕੀਤੀ ਹੈ। ਤੇ ਹੁਣ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਜੋ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਪੱਠ ਬਾਣੀ ਦੁਆਰਾ ਆਪਾਂ ਸਰਵਣ ਕੀਤੀ ਹੈ, ਉਹਨੂੰ ਆਪਣੇ ਜੇਨ ਵਿੱਚ ਵਸਾਈਏ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੋਹਿਥੋ ਵਿਧਾਤੈ ਨਿਰਮਯੋ, ਸਭ ਸੰਗਤ ਕੁਲ ਉਦਰਣ। ਗੁਰ ਅਮਰਦਾਸ ਕੀਰਤ ਕਹੈ, ਤਰਾਹੇ ਤਰਾਹੇ ਤੋ ਪਾ ਸਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।